ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਉਚਾਰਨ ਤੇ ਵਿਸ਼ਰਾਮ ਪ੍ਰਮਾਣਾਂ ਸਹਿਤ ਸਰਵਣ ਕਰ ਰਹੇ ਹਾਂ। ਹੁਣ ਤੱਕ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 20 ਪੌੜੀਆਂ, ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 20 ਪੌੜੀਆਂ ਦੇ ਅਰਥ, ਉਚਾਰਨ ਤੇ ਵਿਸ਼ਰਾਮ ਪ੍ਰਮਾਣਾਂ ਸਹਿਤ ਸਰਵਣ ਕਰ ਚੁੱਕੇ ਹਾਂ। ਅੱਜ ਆਪਾਂ 21ਵੀਂ ਪੌੜੀ ਦੇ ਅਰਥ, ਉਚਾਰਨ ਤੇ ਵਿਸ਼ਰਾਮ ਪ੍ਰਮਾਣਾਂ ਦੇ ਨਾਲ ਸਰਵਣ ਕਰਾਂਗੇ। ਸੋ ਇਹ ਜੋ ਅਸੀਂ ਗੁਰਬਾਣੀ ਦੇ ਅਰਥ ਕਰਦੇ ਹਾਂ, ਗੁਰਬਾਣੀ ਦੇ ਅਰਥ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਦੇ ਮੁਤਾਬਕ ਅਤੇ ਫਰੀਦਕੋਟ ਵਾਲੇ ਟੀਕੇ ਦੇ ਮੁਤਾਬਕ ਕੀਤੇ ਜਾ ਰਹੇ ਆ। ਹੋਰ ਅਮੀਰ ਭੰਡਾਰ ਜੋ ਗ੍ਰੰਥ ਹੈ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 10 ਪਾਠ ਬਣਾਏ ਆ ਵਿਆਖਿਆ ਦੇ, ਉਸ ਦੇ ਮੁਤਾਬਕ। ਤਾਂ ਗੁਰਬਾਣੀ ਨੂੰ ਸਮਝਣ ਵਾਸਤੇ ਵਿਦਵਾਨ ਪੁਰਸ਼ਾਂ ਨੇ 3 ਤਰ੍ਹਾਂ ਦੇ ਵਿਸ਼ਰਾਮ ਮੰਨੇ ਆ। ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਪੂਰਨ ਵਿਸ਼ਰਾਮ ਆਲਰੇਡੀ ਗੁਰੂ ਬਾਣੀ ਦੇ ਵਿੱਚ ਹੈਗਾ। ਹਰ ਪੰਕਤੀ ਦੇ ਲਾਸਟ ਦੇ ਉੱਤੇ ਜੋ 2 ਡੰਡੀਆਂ ਲੱਗੀਆਂ ਹੁੰਦੀਆਂ, ਉਸ ਨੂੰ ਪੂਰਨ ਵਿਸ਼ਰਾਮ ਕਹਿੰਦੇ ਆ। ਤੋ ਗੁਰਬਾਣੀ ਦੀ ਮੀਨਿੰਗ ਸਮਝਣ ਵਾਸਤੇ, ਜਾਂ ਸਹੀ ਉਚਾਰ ਕਰਨ ਵਾਸਤੇ, ਜਾਂ ਗੱਲ ਨੂੰ ਸਹੀ ਤਰੀਕੇ ਨਾਲ ਸਮਝਣ ਵਾਸਤੇ, ਸ਼ਬਦ ਦੇ ਅਰਥ ਨੂੰ ਸਹੀ ਤਰੀਕੇ ਨਾਲ ਸਮਝਣ ਵਾਸਤੇ ਵਿਦਵਾਨ ਪੁਰਸ਼ਾਂ ਨੇ 2 ਤਰ੍ਹਾਂ ਦੇ ਵਿਸ਼ਰਾਮ ਹੋਰ ਵਿੱਚ ਮੰਨੇ ਹਨ। ਅਲਪ ਵਿਸ਼ਰਾਮ ਤੇ ਅਰਧ ਵਿਸ਼ਰਾਮ। ਤੀਸਰਾ ਪੂਰਨ ਵਿਸ਼ਰਾਮ। ਅਲਪ ਵਿਸ਼ਰਾਮ means a short pause, and ardh vishram a slightly longer pause, then alpa vishram, and purna vishram a full stop। ਜਿਹੜਾ ਅਰਧ ਵਿਸ਼ਰਾਮ ਹੁੰਦਾ ਉਹ ਅਲਪ ਵਿਸ਼ਰਾਮ ਦੇ ਨਾਲੋਂ ਥੋੜਾ ਜਿਹਾ ਉੱਥੇ ਜ਼ਿਆਦਾ ਰੁਕਣਾ ਹੁੰਦਾ, ਇਸ ਤਰੀਕੇ ਨਾਲ। ਸੋ ਆਓ ਹੁਣ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ 21ਵੀਂ ਪੌੜੀ ਦੇ ਅਰਥ, ਉਚਾਰਨ ਤੇ ਵਿਸ਼ਰਾਮ ਪ੍ਰਮਾਣਾਂ ਸਹਿਤ ਸਰਵਣ ਕਰਦੇ ਹਾਂ ਜੀ। ਤੀਰਥ ਤਪ ਦਇਆ ਦਤ ਦਾਨ। ਸੋ ਹੁਣ ਤੱਕ ਆਪ ਜੀ ਨੂੰ ਸਮਝ ਆ ਗਈ ਹੋਣੀ ਹੈ ਕਿ ਜਦੋਂ ਆਪਾਂ ਥੋੜਾ ਜਿਹਾ ਰੁਕਦੇ ਹਾਂ ਬੋਲਣ ਲੱਗੇ ਤਾਂ ਸਾਨੂੰ ਸਮਝ ਆ ਜਾਂਦੀ ਵੀ ਇੱਥੇ ਵਿਸ਼ਰਾਮ ਹੈ। ਸੋ ਇਸ ਪੰਕਤੀ ਦੇ ਵਿੱਚ ਤਪ ਦੇ ਉੱਤਰ ਵਿਸ਼ਰਾਮ ਹੈ। ਤਪ ਦੇ ਉੱਤੇ ਵਿਸ਼ਰਾਮ ਕਰਨਾ। ਤੀਰਥ ਤਪ ਵਿਸ਼ਰਾਮ, ਦਇਆ ਦਤ ਦਾਨ, ਇਸ ਤਰੀਕੇ ਨਾਲ ਉਚਾਰ ਕਰਨਾ। ਤਾਂ ਇਹਦਾ ਜਿਹੜਾ ਉਚਾਰਨ ਹੈਗਾ ਉਹ ਸਹੀ ਆ, ਤੇ ਵਿਸ਼ਰਾਮ ਤਪ ਦੇ ਉੱਤੇ ਲਾਉਣਾ। ਤਾਂ ਇਸ ਪੰਕਤੀ ਦਾ ਅਰਥ ਹੈ ਕਿ ਜੇ ਜੀਵ ਤੀਰਥਾਂ ਉੱਤੇ ਜਾ ਕੇ ਤਪੱਸਿਆ ਕਰੇ, ਤੀਰਥ ਮਤਲਬ ਤੀਰਥਾਂ ਉੱਤੇ ਜਾ ਕੇ ਤਪ ਮੀਨਸ ਤਪੱਸਿਆ ਕਰੇ। ਜੇ ਮਨੁੱਖ ਤੀਰਥਾਂ ਉੱਪਰ ਜਾ ਕੇ ਤਪੱਸਿਆ ਕਰੇ, ਦੁਖੀਆਂ ਉੱਤੇ ਦਇਆ ਕਰਕੇ ਦਾਨ ਕਰੇ, ਦਇਆ, ਦੁਖੀਆਂ ਉੱਤੇ ਦਇਆ ਕਰਕੇ ਦਾਨ ਕਰੇ। ਦਇਆ ਦਾ ਮਤਲਬ ਦੁਖੀ ਨੂੰ ਉਸ ਦੀ ਤਕਲੀਫ ਤੋਂ ਬਾਹਰ ਕੱਢਣਾ ਹੁੰਦਾ। ਮਤਲਬ ਅਸੀਂ ਜਦੋਂ ਗਰੀਬ ਦੇ ਉੱਪਰ, ਕਿਸੇ ਦੁਖੀ ਦੇ ਉੱਪਰ ਦਇਆ ਕਰਦੇ ਹਾਂ, ਤਾਂ ਜੇ ਗਰੀਬ ਆ, ਭੁੱਖਾ, ਭੁੱਖੇ ਦੇ ਉੱਪਰ ਦਇਆ ਕਰਦੇ, ਉਹਨੂੰ ਭੁੱਖ ਹੈ,
ਤਾਂ ਉਹਨੂੰ ਭੁੱਖ ਤੋਂ ਬਾਹਰ ਕੱਢਣਾ। ਦਇਆ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਤਕਲੀਫ ਚੋਂ ਬਾਹਰ ਕੱਢਣਾ, ਉਹਨੂੰ ਦਇਆ ਕਹਿੰਦੇ ਆ। ਸੋ ਦੁਖੀਆਂ ਉੱਤੇ ਦਇਆ ਕਰਕੇ ਦਾਨ ਕਰੇ, ਤੀਰਥਾਂ ਉੱਪਰ ਜਾ ਕੇ ਤਪ ਕਰੇ ਤੇ ਇਸ਼ਨਾਨ ਕਰੇ, ਤਪ ਕਰੇ, ਦਇਆ ਤੇ ਦਾਨ ਕਰੇ। ਇਹ 4 ਗੁਣਕਾਰੀ ਤੇ ਸ਼ੁਭ ਕਰਮ ਮੰਨੇ ਜਾਂਦੇ ਆ। ਤੀਰਥਾਂ ਉੱਤੇ ਜਾ ਕੇ ਦਾਨ ਕਰਨਾ, ਇਸ਼ਨਾਨ ਕਰਨਾ, ਤਪ ਕਰਨਾ, ਇਹ 4 ਕਰਮ ਸ਼ੁਭ ਮੰਨੇ ਜਾਂਦੇ। ਬਹੁਤ ਸਾਰੇ ਲੋਕੀ ਪਹਿਲਾਂ ਤੀਰਥਾਂ ਦੇ ਉੱਤੇ ਜਾ ਕੇ ਪਾਠ ਪੂਜਾ ਤਪ ਕਰਦੇ ਹੁੰਦੇ ਸੀ। ਕਈ ਲੋਕ ਇਸ਼ਨਾਨ ਕਰਕੇ ਦਾਨ ਕਰਕੇ ਵਾਪਸ ਆ ਜਾਂਦੇ ਸੀ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਜੀ ਵੀ ਜੇ ਮਨੁੱਖ ਤੀਰਥਾਂ ਉੱਤੇ ਜਾ ਕੇ ਤਪ ਕਰੇ, ਤਪ ਕਰਨਾ, ਦਾਨ ਕਰੇ, ਇਸ਼ਨਾਨ ਕਰਨਾ, ਤਾਂ ਹੋਰ ਪਾਠ ਪੂਜਾ ਕਰਨੀ, ਇਹ ਸਾਰੇ ਸ਼ੁਭ ਕਰਮ ਕਰੇ। ਜੇ ਕੋ ਪਾਵੈ ਤਿਲ ਕਾ ਮਾਨ, ਪਾਵੈ ਤੇ ਵਿਸ਼ਰਾਮ ਆਊਗਾ। ਜੇ ਕੋ ਪਾਵੈ ਵਿਸ਼ਰਾਮ, ਤਿਲ ਕਾ ਮਾਨ, ਇਸ ਤਰ੍ਹਾਂ ਉਚਾਰਨ ਇਹਦਾ ਸਹੀ ਹੈ ਤਕਰੀਬਨ, ਇਸੇ ਤਰ੍ਹਾਂ ਹੀ ਬੋਲਦਾ ਪਿਆ, ਪਰ ਪਾਵੇ ਨਹੀਂ ਕਹਿਣਾ ਗਾ। ਬਸ ਇਹ ਗੱਲ ਯਾਦ ਰੱਖਣੀ, ਵਾਵੇ ਨੂੰ 2 ਲਾਵਾਂ ਲੱਗੀਆਂ ਹੋਈਆਂ, ਵੈ ਦੀ ਸਾਊਂਡ ਦੇਣੀ ਹੈ। ਪਾਵੈ, ਪਾਵੇ ਨਹੀਂ ਆਖਣਾ, ਪਾਵੈ ਐ ਕਹਿਣਾ, ਪਾਵੈ। ਜੇ ਕੋ ਪਾਵੈ ਤਿਲ ਕਾ ਮਾਨ, ਇਸ ਦਾ ਅਰਥ ਹੈ ਗੁਰੂ ਜੀ ਕਹਿੰਦੇ ਹਨ, ਜਿਵੇਂ ਉਤਲੀ ਪੰਗਤੀ ਵਿੱਚ ਗੁਰੂ ਜੀ ਨੇ ਕਿਹਾ ਵੀ ਜੇ ਜੀਵ ਤੀਰਥਾਂ ਉੱਪਰ ਜਾ ਕੇ ਤਪੱਸਿਆ ਕਰੇ, ਦਇਆ ਕਰਕੇ ਦਾਨ ਕਰੇ, ਇਸ਼ਨਾਨ ਕਰੇ ਤੇ ਇਹ 4 ਕਰਮ ਕਰੇ, ਤਪ ਕਰੇ, ਦਾਨ ਕਰੇ, ਦਇਆ ਕਰੇ, ਤਾਂ ਇਸ਼ਨਾਨ ਕਰੇ। ਪਰ ਜੇ ਕੋਈ ਇਸ ਤਰ੍ਹਾਂ ਕਰਨ ਨਾਲ ਮਾਣ ਵਡਿਆਈ ਪਾਵੇ ਤਾਂ ਉਹ ਰੰਚਕ ਮਾਤਰ ਹੀ ਪਾਉਂਦਾ ਹੈ। ਗੁਰੂ ਜੀ ਕਹਿੰਦੇ ਇਹ ਕਰਮ ਚੰਗੇ ਹਨ, ਤਪ ਕਰਨਾ, ਦਾਨ ਕਰਨਾ, ਇਸ਼ਨਾਨ ਕਰਨਾ, ਦਇਆ ਕਰਨੀ, ਇਹ ਕੰਮ ਚੰਗੇ ਹਨ। ਪਰ ਇਸ ਤਰ੍ਹਾਂ ਕਰਨ ਨਾਲ ਜੋ ਮਨੁੱਖ ਨੂੰ ਮਾਣ ਵਡਿਆਈ ਮਿਲਦੀ ਹੈ ਉਹ ਰੰਚਕ ਮਾਤਰ ਹੀ ਪ੍ਰਾਪਤ ਹੁੰਦੀ, ਬਹੁਤ ਜ਼ਿਆਦਾ ਨਹੀਂ ਪ੍ਰਾਪਤ ਹੁੰਦੀ। ਇਹਦਾ ਜਿਹੜਾ ਫਲ ਹੈ ਬਹੁਤ ਜ਼ਿਆਦਾ ਨਹੀਂ। ਇਸ ਦੇ ਬਦਲੇ ਵਿੱਚ ਮਨੁੱਖ, ਕਿਉਂਕਿ ਦਾਨ ਵੀ, ਤਪ ਵੀ, ਇਸ਼ਨਾਨ ਵੀ, ਦਇਆ ਵੀ, ਇਹ ਵੀ ਮਨੁੱਖ ਮਤਲਬ ਰਿਟਰਨ ਮੰਗਦਾ ਇਹਦੇ ਵਿੱਚੋਂ। ਸਾਡੀ ਜਿਹੜੀ ਬਿਰਤੀ ਹੈ, ਸਾਡੀ ਸੋਚ ਹੈ, ਅਸੀਂ ਜੋ ਵੀ ਰੱਬ ਵਾਸਤੇ ਕਰਦੇ ਹਾਂ ਜਾਂ ਦੂਜਿਆਂ ਵਾਸਤੇ ਕਰਦੇ ਹਾਂ, ਤਾਂ ਸਾਡੀ ਸੋਚ ਹੈਗੀ ਆ ਵੀ ਉਹ ਜੋ ਅਸੀਂ ਕਰਦੇ ਉਹਦੇ ਵਿੱਚ ਸਾਨੂੰ ਰਿਟਰਨ ਮਿਲੇ। ਗੌਰਮੈਂਟ ਨੂੰ ਟੈਕਸ ਦਿੰਦੇ, ਸਾਨੂੰ ਰਿਟਰਨ ਦਿੰਦੀ ਆ। ਇਸੇ ਤਰ੍ਹਾਂ ਮਨੁੱਖ ਚਾਹੁੰਦਾ ਵੀ ਜੋ ਕਰਦੇ ਆ ਸਾਨੂੰ ਉਹਦੇ ਬਦਲੇ ਵਿੱਚ ਕੁਛ ਮਿਲੇ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਮਨੁੱਖ ਇਹੋ ਜਿਹੇ ਤਪ ਕਰਨਾ, ਇਸ਼ਨਾਨ ਕਰਨਾ, ਦਇਆ ਕਰਨੀ, ਤਾਂ ਇਹ ਸਾਰੇ ਕਰਮ ਕਰਦਾ ਹੈ ਮਨੁੱਖ, ਇਹਦੇ ਵਿੱਚੋਂ ਮਨੁੱਖ ਨੂੰ ਰੰਚਕ ਮਾਤਰ ਹੀ ਇਸ ਦੇ ਬਦਲੇ ਵਿੱਚ ਮਾਣ ਵਡਿਆਈ ਪਾਉਂਦਾ ਸੰਸਾਰ ਦੇ ਵਿੱਚ। ਤਿਲ ਦਾ ਮਤਲਬ ਹੁੰਦਾ ਥੋੜਾ ਜਿਹਾ, ਹਨਾ, ਜ਼ਿਆਦਾ ਨਹੀਂ। ਤਿਲ ਕਾ ਮਾਣ, ਥੋੜਾ ਜਿਹਾ ਮਾਣ ਪਾਉਂਦਾ, ਜ਼ਿਆਦਾ ਨਹੀਂ ਪਾਉਂਦਾ। ਮਾਣ ਦਾ ਮਤਲਬ ਇੱਜ਼ਤ ਵਡਿਆਈ ਹੁੰਦਾ। ਤੇ ਇਹਦਾ ਦੂਜਾ ਅਰਥ ਇਸ ਪ੍ਰਕਾਰ ਬਣਦਾ ਵੀ ਪਰ ਜੇ ਕੋਈ ਇੱਛਾ ਰੱਖ ਕੇ ਤਪ ਤੇ ਦਾਨ ਕਰਦਾ ਹੈ, ਦਾਨ ਵਿੱਚ ਹੰਕਾਰ ਨਾਲ ਆਪਣਾ ਨਾਮ ਉੱਚਾ ਕਰਦਾ ਹੈ, ਤਾਂ ਉਹ ਰੱਬ ਦੇ ਘਰ ਦੇ ਵਿੱਚ ਤਿਲ ਜਿੰਨਾ ਵੀ ਮਾਣ ਨਹੀਂ ਪਾਉਂਦਾ। ਹਨਾ, ਇੱਥੇ ਹੁਣ ਜਮਾਂ ਬਿਲਕੁਲ ਗੁਰੂ ਜੀ ਨੇ ਰਿਜੈਕਟ ਕਰਤਾ। ਦੂਜੇ ਅਰਥ ਦੇ ਵਿੱਚ ਰਿਜੈਕਟ ਹੋ ਗਿਆ ਵੀ ਜੇ ਮਨੁੱਖ ਇੱਛਾ ਕਰਕੇ ਤਪ ਕਰਦਾ, ਦਾਨ ਕਰਦਾ, ਦਾਨ ਕਰਕੇ ਹੰਕਾਰ ਕਰਦਾ, ਆਪਣਾ ਨਾਮ ਉੱਚਾ ਰੱਖਣ ਵਾਸਤੇ ਦਾਨ ਕਰਦਾ, ਤਾਂ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਹੰਕਾਰ ਨਾ ਕੀਤਾ ਦਾਨ, ਆਪਣਾ ਨਾਮ ਸ਼ੋਅ ਕਰਨ ਵਾਸਤੇ ਦਾਨ ਕਰਨਾ, ਤਾਂ ਜਾਂ ਕੋਈ ਸ਼ਕਤੀਆਂ ਪ੍ਰਾਪਤ ਕਰਕੇ ਲੋਕਾਂ ਨੂੰ ਦੁੱਖ ਦੇਣ ਵਾਸਤੇ ਤਪ ਕਰਨਾ, ਜੇ ਇਹੋ ਜਿਹੇ ਕਰਮ ਮਨੁੱਖ ਕਰਦਾ ਹੈ ਤਾਂ ਫਿਰ ਗੁਰੂ ਜੀ ਕਹਿੰਦੇ ਕਿ ਰੱਬ ਦੇ ਘਰ ਵਿੱਚ ਮਨੁੱਖ ਤਿਲ ਮਾਤਰ ਵੀ ਮਾਣ ਨਹੀਂ ਪਾਉਂਦਾ ਗਾ। ਉਹਨੂੰ ਤਿਲ ਮਾਤਰ ਵੀ ਰੱਬ ਦੇ ਘਰੋਂ ਕੋਈ ਮਾਣ, ਇੱਜ਼ਤ, ਸਨਮਾਨ ਜਾਂ ਪਿਆਰ ਨਹੀਂ ਮਿਲਦਾ। ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦਾ ਪਾਤਰ ਨਹੀਂ ਬਣਦਾ। ਦੈਨ ਅਗਲੀ ਪੰਗਤੀ। ਸੁਣਿਆ ਮੰਨਿਆ ਮਨ ਕੀਤਾ ਭਾਓ, ਮੰਨਿਆ ਤੇ ਵਿਸ਼ਰਾਮ ਆਊਗਾ, ਇੱਕੋ ਹੀ ਵਿਸ਼ਰਾਮ ਹੈ। ਸੁਣਿਆ ਮੰਨਿਆ
ਵਿਸ਼ਰਾਮ। ਮਨ ਕੀਤਾ ਭਾਉ, ਇਸ ਤਰ੍ਹਾਂ ਬੋਲਣਾ। ਉਚਾਰਨ ਠੀਕ ਹੈ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਠੀਕ ਉਚਾਰਨ ਹੈ। ਇਸੇ ਤਰ੍ਹਾਂ ਹੀ ਨਾ ਵਿਸ਼ਰਾਮ ਮੰਨਿਆ ਤੇ ਕਰਨਾ। ਇਸ ਪੰਕਤੀ ਦਾ ਅਰਥ ਹੈ ਵੀ ਜੇ ਕੋਈ ਮਾਣ ਅਤੇ ਹੰਕਾਰ ਦੇ ਇਰਾਦੇ ਤੋਂ ਬਿਨਾਂ, ਜੇ ਕੋਈ ਮਾਣ ਤੇ ਹੰਕਾਰ ਦੇ ਇਰਾਦੇ ਤੋਂ ਬਿਨਾਂ ਵਾਹਿਗੁਰੂ ਦੇ ਨਾਮ ਨੂੰ ਸੁਣਦਾ ਹੈ। ਸੁਣਿਆ, ਮਨ ਕੀਤਾ ਭਾਉ। ਮਨ ਕੀਤਾ ਭਾਉ ਦਾ ਮਤਲਬ ਹੋ ਗਿਆ ਕਿ ਮਨ ਦੇ ਵਿੱਚ ਭਾਉ ਮੀਨਸ ਪਿਆਰ, ਮਨ ਦੇ ਵਿੱਚ ਪਿਆਰ ਪੈਦਾ ਕਰਕੇ ਸੁਣਿਆ, ਨਾਮ ਨੂੰ ਸੁਣਦਾ ਹੈ, ਵਾਹਿਗੁਰੂ ਦੇ ਨਾਮ ਨੂੰ ਸੁਣਦਾ ਹੈ। ਸ਼ਰਧਾ ਧਾਰ ਕੇ ਸਵੀਕਾਰ ਕਰਦਾ ਹੈ। ਮੰਨਿਆ ਮਤਲਬ ਸਵੀਕਾਰ ਕਰ ਲੈਣਾ, ਐਕਸੈਪਟ ਕਰ ਲੈਣਾ। ਮਨ ਵਿੱਚ ਪ੍ਰੇਮ ਭਾਵਨਾ ਰੱਖਦਾ ਹੈ ਤਾਂ ਉਹ ਵਾਹਿਗੁਰੂ ਦਾ ਪਰਮ ਗਿਆਨ ਪ੍ਰਾਪਤ ਕਰਦਾ। ਦੇਖੋ ਉੱਪਰਲੀ ਪੰਗਤੀ ਵਿੱਚ ਗੁਰੂ ਜੀ ਨੇ ਕਿਹਾ ਵੀ ਜੇ ਹੰਕਾਰ ਰੱਖ ਕੇ ਦਾਨ ਕਰਦਾ, ਹੰਕਾਰ ਰੱਖ ਕੇ ਤਪ ਕਰਦਾ, ਹੰਕਾਰ ਦੇ ਨਾਲ ਉਹ ਆਪਣਾ ਨਾਮ ਉੱਚਾ ਕਰਨਾ ਚਾਹੁੰਦਾ, ਦਾਨ ਕਰਦਾ, ਤਾਂ ਉਹ ਰੱਬ ਦੇ ਘਰੇ ਤਿਲ ਮਾਤਰ ਵੀ ਥੋੜਾ ਜਿਹਾ ਵੀ ਮਾਣ ਇੱਜ਼ਤ ਨਹੀਂ ਪਾਉਂਦਾ। ਇੱਥੇ ਹੁਣ ਗੁਰੂ ਜੀ ਕਹਿੰਦੀ ਵੀ ਜੇ ਕੋਈ ਆਪਣੇ ਮਨ ਦੇ ਵਿੱਚ ਪ੍ਰੇਮ ਰੱਖ ਕੇ, ਸ਼ਰਧਾ ਰੱਖ ਕੇ ਵਾਹਿਗੁਰੂ ਦੇ ਨਾਮ ਨੂੰ ਸੁਣਦਾ ਹੈ, ਸ਼ਰਧਾ ਧਾਰ ਕੇ ਪ੍ਰਮਾਤਮਾ ਦੇ ਹੁਕਮ ਨੂੰ, ਪ੍ਰਮਾਤਮਾ ਦੇ ਨਾਮ ਨੂੰ ਮੰਨ ਲੈਂਦਾ ਹੈ, ਤਾਂ ਗੁਰੂ ਜੀ ਕਹਿੰਦੇ ਹਨ ਉਹ ਵਾਹਿਗੁਰੂ ਦਾ ਪਰਮ ਗਿਆਨ ਪ੍ਰਾਪਤ ਕਰ ਲੈਂਦਾ ਹੈ। ਦੈਨ ਅੰਤਰਗਤ ਤੀਰਥ ਮਲ ਨਹਾਓ। ਇੱਥੇ ਤੀਰਥ ਤੇ ਵਿਸ਼ਰਾਮ ਮੰਨਿਆ ਗਿਆ। ਅੰਤਰਗਤ ਤੀਰਥ ਵਿਸ਼ਰਾਮ ਮਲ ਨਹਾਓ। ਤੀਰਥ ਤੇ ਉੱਤੇ ਵਿਸ਼ਰਾਮ ਆਊਗਾ, ਇੱਕੋ ਹੀ ਵਿਸ਼ਰਾਮ ਹੈ। ਅੰਤਰਗਤ ਤੀਰਥ ਵਿਸ਼ਰਾਮ ਮਲ ਨਹਾਓ। ਇਹ ਜਿਹੜਾ ਨੰਨੇ ਕੰਨਾ ਊੜੇ ਨੂੰ ਔਂਕੜ ਹੈ, ਇਹਨੂੰ ਨਾਓ ਨਹੀਂ ਬੋਲਣਾ, ਮਲ ਨਾਓ ਨਹੀਂ ਬੋਲਣਾ। ਇੱਥੇ ਤੀਰਥ ਨਾਲ ਲਿਖਿਆ ਹੋਇਆ ਨਾ, ਤੀਰਥ ਦੀ ਗੱਲ ਹੋ ਰਹੀ ਹੈ, ਨਹਾਉਣ ਦੀ ਗੱਲ ਹੋ ਰਹੀ ਹੈ। ਤੀਰਥਾਂ ਦੇ ਉੱਤੇ ਜਾ ਕੇ ਕੀ ਕਰਦੇ ਹਾਂ ਅਸੀਂ? ਨਹਾਉਂਦੇ ਹਾਂ। ਤਾਂ ਇਸ ਦੀ ਅਸੀਂ ਸਾਊਂਡ ਜਿਹੜੀ ਹੈਗੀ ਆ ਨਹਾਓ, ਨਹਾਉਣ ਨੂੰ ਪ੍ਰੋਨਾਊਨ ਕਰਾਂਗੇ ਅਸੀਂ। ਪ੍ਰੋਨਾਊਨ ਇਹਦੇ ਪ੍ਰੋਨਾਊਂਸੀਏਸ਼ਨ ਜਿਹੜੀ ਨਹਾਉਣ ਵਾਂਗੂ ਕਰਾਂਗੇ। ਸੋ ਨਹਾਓ, ਮਲ ਨਹਾਓ ਐਂ ਬੋਲਣਾ। ਅੰਤਰਗਤ ਤੀਰਥ ਮਲ ਨਹਾਓ ਐਵੇਂ ਬੋਲਣਾ। ਸੋ ਇਸ ਪੰਕਤੀ ਦਾ ਅਰਥ ਹੈ ਤਾਂ ਫਿਰ ਉਹ ਆਪਣੇ ਅੰਤਹਿਕਰਨ ਭਾਵ ਹਿਰਦੇ ਵਿੱਚ ਨਾਮ ਰੂਪੀ ਤੀਰਥ ਉੱਤੇ ਮਲ ਮਲ ਕੇ ਨਹਾਉਂਦਾ ਹੈ ਤੇ ਵਿਕਾਰਾਂ ਦੀ ਮੈਲ ਉਤਾਰਦਾ ਹੈ, ਆਨੰਦ ਮਾਣਦਾ। ਹੁਣ ਗੁਰੂ ਜੀ ਨੇ ਉੱਤੇ ਕਿਹਾ ਸੀ ਵੀ ਜਿਵੇਂ ਸ਼ਰਧਾ ਧਾਰ ਕੇ ਇਸ਼ਨਾਨ ਕਰਦਾ, ਨਾਮ ਜਪਦਾ, ਦਇਆ ਕਰਦਾ। ਇੱਥੇ ਗੁਰੂ ਮਹਾਰਾਜ ਜੀ ਸਾਨੂੰ ਇੱਕ ਪ੍ਰਤੱਖ ਤੌਰ ਤੇ ਗੱਲ ਕਰਦੇ ਹਨ। ਪਹਿਲਾਂ ਤਾਂ ਵੀ ਤੀਰਥਾਂ ਦੇ ਉੱਤੇ ਜਾ ਕੇ ਨਹਾਉਣਾ, ਓਕੇ, ਬਟ ਇੱਥੇ ਅੰਤਰ ਹਿਰਦੇ ਦੀ ਗੱਲ ਕੀਤੀ ਤਾਂ ਤੀਰਥ ਦੇ ਉੱਤੇ ਵਿਸ਼ਰਾਮ ਹੋਇਆ। ਅੰਤਰਗਤ ਤੀਰਥ ਮਲ ਨਹਾਓ। ਇਹ ਤੀਰਥ ਤੇ ਵਿਸ਼ਰਾਮ ਤਾਂ ਕੀਤਾ ਵੀ ਇੱਥੇ ਗੁਰੂ ਜੀ ਨੇ ਅੰਤਹਿਕਰਨ, ਅੰਤਰੀ ਭਾਵ ਦੀ ਗੱਲ ਕੀਤੀ, ਅੰਦਰ ਦੀ ਗੱਲ ਕੀਤੀ ਆ, ਆਪਣੇ ਅੰਦਰ ਦੀ, ਮਨੁੱਖ ਦੇ ਅੰਦਰ ਦੀ। ਵੀ ਜੇ ਉਹ ਅੰਤਰਗਤ ਆਪਣੇ ਹਿਰਦੇ ਵਿੱਚ ਨਾਮ ਰੂਪੀ ਤੀਰਥ ਉੱਤੇ ਮਲ ਮਲ ਕੇ ਨਹਾਉਂਦਾ, ਜਾਣੀ ਕਿ ਨਾਮ ਨੂੰ ਵਾਰ-ਵਾਰ ਰਿਪੀਟ ਕਰਦਾ, ਵਾਰ-ਵਾਰ ਜਪਦਾ। ਜਿਵੇਂ ਅਸੀਂ ਵਾਹਿਗੁਰੂ 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 ਬੋਲਦੇ ਹਾਂ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲਦੇ ਹਾਂ। ਜਾਂ ਅਸੀਂ ਕਈ ਗੁਰਮੁਖ ਦੇਖੇ ਸਾਰਾ ਦਿਨ ਜਪਜੀ ਸਾਹਿਬ ਜੀ ਦਾ ਪਾਠ ਹੀ ਕਰਦੇ ਰਹਿੰਦੇ ਆ, ਹੈ ਨਾ। ਕਈ ਗੁਰਮੁਖ ਦੇਖੇ ਮੂਲ ਮੰਤਰ ਦਾ ਪਾਠ ਕਰਦੇ ਰਹਿੰਦੇ ਆ। ਉਹਨੂੰ ਕਹਿੰਦੇ ਮਲ ਮਲ ਕੇ ਨਹਾਉਣਾ। ਆਪਣੇ ਅੰਤਹਿਕਰਨ ਨੂੰ ਵਾਰੀ ਵਾਰੀ ਨਾਮ ਜਪ ਕੇ ਧਿਆਨ ਦੇ ਨਾਲ, ਪ੍ਰੇਮ ਦੇ ਨਾਲ ਵਾਰ-ਵਾਰ ਨਾਮ ਜਪਣਾ, ਮਤਲਬ ਆਪਣੇ ਅੰਤਹਿਕਰਨ ਨੂੰ ਸਾਫ਼ ਕਰਨਾ, ਹਿਰਦੇ ਨੂੰ ਸਾਫ਼ ਕਰਨਾ। ਆਪਣੇ ਹਿਰਦੇ ਵਿੱਚੋਂ ਵਿਕਾਰਾਂ ਦੀ ਜਿਹੜੀ ਮੈਲ ਲੱਗੀ ਹੈ ਉਹਨੂੰ, ਜਿਵੇਂ ਤੀਰਥਾਂ ਤੇ ਜਾ ਕੇ ਆਪਾਂ ਮਲ ਮਲ ਕੇ ਨਹਾਉਣੇ ਆ, ਮੈਲ ਲਾਉਣੇ ਆ, ਉਵੇਂ ਪ੍ਰੇਮ ਤੇ ਸ਼ਰਧਾ ਦੇ ਨਾਲ ਨਾਮ ਜਪਣਾ, ਆਪਣੇ ਅੰਤਹਿਕਰਨ ਨੂੰ ਸਾਫ਼ ਕਰਨਾ, ਅੰਦਰ ਦੀ ਮੈਲ ਬਾਹਰ ਕੱਢਣੀ।
ਫੇਰ ਕਿਤੇ ਜਾ ਕੇ ਗੁਰੂ ਮਹਾਰਾਜ ਜੀ ਕਹਿੰਦੇ ਉਹ ਆਨੰਦ ਮਾਣਦਾ ਮਨੁੱਖ। ਪਹਿਲਾਂ ਅੰਦਰ ਦੀ ਮੈਲ ਕੱਢਣੀ ਪੈਂਦੀ ਹੈ, ਫੇਰ ਆਨੰਦ ਆਉਂਦਾ ਹੈ ਨਾ। ਤਾਂ ਨਾਮ ਜਪਣ ਦੇ ਨਾਲ ਜੇ ਹਿਰਦੇ ਦੇ ਵਿੱਚ ਸ਼ਰਧਾ ਭਾਵਨਾ ਨਹੀਂ ਹੈ ਤੇ ਆਪਣੇ ਵਿਕਾਰਾਂ ਤੋਂ ਨਹੀਂ ਰੁਕਦੇ, ਅਸੀਂ ਉਹੀ ਕੰਮ ਪੁੱਠੇ ਕੰਮ ਕਰੀ ਵੀ ਜਾਂਦੇ ਹਾਂ, ਪਾਠ ਵੀ ਰੋਜ਼ ਕਰਦੇ ਹਾਂ, ਆਪਣੇ ਵਿਚਾਰਾਂ ਨੂੰ ਬਦਲਦੇ ਵੀ ਨਹੀਂ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹਦਾ ਕੋਈ ਜ਼ਿਆਦਾ ਬਹੁਤਾ ਲਾਭ ਨਹੀਂ ਹੁੰਦਾ ਹੈਗਾ। ਪਹਿਲਾਂ ਨਾਮ ਜਪ ਕੇ ਆਪਣੇ ਆਪ ਨੂੰ ਚੇਂਜ ਕਰਨਾ, ਆਪਣੇ ਅੰਤःਕਰਨ ਹਿਰਦੇ ਦੇ ਵਿੱਚੋਂ ਵਿਕਾਰਾਂ ਦੀ ਮੈਲ ਉਤਾਰਨੀ, ਫਿਰ ਜਾ ਕੇ ਨਾਮ ਦਾ ਆਨੰਦ ਆਉਂਦਾ ਹੈ, ਫਿਰ ਆਨੰਦ ਦਾ ਆਨੰਦ ਮਾਣਦਾ। ਨਹੀਂ ਤਾਂ ਲੋਕ ਦੇਖੇ ਆਪਾਂ ਨਾਮ ਜਪੀ ਵੀ ਜਾਂਦੇ, ਘਰੇ ਆ ਕੇ ਲੜਾਈਆਂ ਵੀ ਉਹੀ ਚੱਲਦੀਆਂ, ਨੂੰਹਾਂ ਨੂੰ ਗਾਲਾਂ ਕੱਢੀਆਂ, ਮੁੰਡਿਆਂ ਨੂੰ ਗਾਲਾਂ ਕੱਢੀਆਂ, ਗਲੀ 'ਚ ਜਾ ਕੇ ਲੜ ਲਏ, ਬੋਲੀ ਵੀ ਉਹੀ ਪੁੱਠੀ ਰੁੱਖੀ ਬੋਲੀ ਬੋਲਦੇ ਆ। ਬਹੁਤ ਸਾਰੇ ਲੋਕ ਦੇਖੇ ਆ 20-20 ਸਾਲ ਹੋ ਗਏ 2:30 ਵਜੇ ਉੱਠ ਕੇ ਵਾਹਿਗੁਰੂ ਦਾ ਮੰਤਰ ਕਰਦੇ, ਆਦਤਾਂ ਉਹੀ, ਸਿਮਰਨ ਵੀ ਕਰਦੇ ਆ ਪਰ ਆਦਤਾਂ ਉਹੀ ਆ। ਉਹਨਾਂ ਨੇ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਕੱਢੀ, ਇਸ ਕਰਕੇ ਉਹਨਾਂ ਨੂੰ ਆਨੰਦ ਨਹੀਂ ਆਉਂਦਾ। ਗੁਰੂ ਜੀ ਕਹਿੰਦੇ ਆਨੰਦ ਉਦੋਂ ਆਊਗਾ ਜਦੋਂ ਨਾਮ ਰੂਪੀ ਤੀਰਥ ਦੇ ਨਾਲ, ਨਾਮ ਰੂਪੀ ਤੀਰਥ ਉੱਤੇ ਜਾ ਕੇ ਸ਼ਰਧਾ ਰੂਪੀ ਨਾਮ ਜਪ ਕੇ ਹਿਰਦੇ ਦੇ ਵਿੱਚੋਂ ਮਲ ਮਲ ਕੇ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਕੱਢਾਂਗੇ। ਦੈਨ ਸਭ ਗੁਣ ਤੇਰੇ ਮੈਂ ਨਾਹੀ ਕੋਏ, ਤੇਰੇ ਤੇ ਵਿਸ਼ਰਾਮ ਆਊਗਾ। ਸਭ ਗੁਣ ਤੇਰੇ ਵਿਸ਼ਰਾਮ ਮੈਂ ਨਾਹੀ ਕੋਏ, ਇਸ ਤਰ੍ਹਾਂ ਤੇਰੇ ਤੇ ਵਿਸ਼ਰਾਮ ਉਚਾਰਨ ਠੀਕ ਹੈ ਸਾਰੇ। ਮੈਂ ਨਾਹੀ ਕੋਏ, ਮੈਂ ਨਹੀਂ ਕੋਏ ਤਾਂ ਨਹੀਂ ਕਹਿੰਦਾ, ਕੋਈ ਵੀ ਨਹੀਂ ਸੁਣਿਆ ਕਦੀ ਵੀ ਨਹੀਂ। ਜੇ ਕੋਈ ਕਹਿੰਦਾ ਵੀ ਹੈ ਭਾਈ ਵੀ ਮੈਂ ਨਹੀਂ ਕੋਏ ਤਾਂ ਨੰਨੇ ਨੂੰ ਕੰਨਾ ਲਾਉਣਾ, ਮੈਂ ਨਾ ਹੀ ਕੋਈ ਕਰਕੇ ਬੋਲਣਾ। ਵੈਸੇ ਸਾਰੇ ਨਾ ਹੀ ਬੋਲਦੇ ਆ। ਸੋ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਦਾ ਵਿਸ਼ਰਾਮ ਤੇਰੇ ਤੇ ਹੈ। ਤੇ ਇਹਦਾ ਅਰਥ ਪੰਕਤੀ ਦਾ ਇਸ ਪ੍ਰਕਾਰ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ, ਹੇ ਵਾਹਿਗੁਰੂ, ਹੇ ਕਰਤਾਰ, ਸਾਰੇ ਚੰਗੇ ਗੁਣ ਤੇਰੇ ਵਿੱਚ ਹਨ, ਮੇਰੇ ਵਿੱਚ ਕੋਈ ਵੀ ਸ਼ੁਭ ਗੁਣ ਨਹੀਂ ਹੈ। ਤਾਂ ਜੋ ਮੇਰੇ ਵਿੱਚ ਚੰਗੇ ਗੁਣ ਹਨ ਉਹ ਸਭ ਤੇਰੇ ਹੀ ਦਿੱਤੇ ਹੋਏ ਹਨ, ਮੈਂ ਆਪਣੇ ਆਪ ਵਿੱਚ ਕੁਝ ਵੀ ਨਹੀਂ, ਹੈ ਨਾ। ਗੱਲ ਉਹੀ ਹੈ, ਦੋ ਵਾਰੀ ਘੁਮਾ ਕੇ ਕਰ ਲੈਂਦੇ ਹਾਂ ਆਪਾਂ। ਸਾਰੇ ਚੰਗੇ ਗੁਣ ਤੇਰੇ ਵਿੱਚ ਹਨ, ਮੇਰੇ ਵਿੱਚ ਕੋਈ ਚੰਗਾ ਗੁਣ ਨਹੀਂ ਹੈ। ਜਾਂ ਆਪਾਂ ਇੱਦਾਂ ਕਹਿ ਲਓ, ਜੋ ਮੇਰੇ ਵਿੱਚ ਚੰਗੇ ਗੁਣ ਹਨ ਉਹ ਸਭ ਤੇਰੇ ਹੀ ਦਿੱਤੇ ਹਨ, ਮੈਂ ਆਪਣੇ ਆਪ ਵਿੱਚ ਕੁਝ ਨਹੀਂ ਹੈ। ਸਭ ਗੁਣ ਤੇਰੇ, ਜੋ ਵੀ ਮੇਰੇ ਵਿੱਚ ਚੰਗੇ ਗੁਣ ਹਨ ਉਹ ਤੇਰੇ ਦਿੱਤੇ ਹੋਏ ਹਨ, ਮੈਂ ਨਾ ਹੀ ਕੋਈ, ਮੈਂ ਆਪਣੇ ਆਪ ਵਿੱਚ ਕੁਝ ਨਹੀਂ ਹੈ, ਮੈਂ ਨਹੀਂ, ਕੁਝ ਵੀ ਨਹੀਂ, ਮੈਂ ਕੋਈ ਨਹੀਂ ਗਾ। ਦੈਨ ਅੱਗੇ, ਵਿਣ ਗੁਣ ਕੀਤੇ ਭਗਤ ਨਾ ਹੋਏ, ਕੀਤੇ ਤੇ ਵਿਸ਼ਰਾਮ। ਵਿਣ ਗੁਣ ਕੀਤੇ ਵਿਸ਼ਰਾਮ, ਭਗਤ ਨਾ ਹੋਏ। ਇਸ ਤਰ੍ਹਾਂ ਉਚਾਰਣੇ ਦਾ ਠੀਕ ਹੈ, ਬਸ ਨੰਨਾ ਮੁਕਤ ਹੈ, ਨੰਨੇ ਨੂੰ ਕੰਨਾ ਨਹੀਂ ਲੱਗਿਆ, ਇਸ ਕਰਕੇ ਇਹਨੂੰ ਲੌਂਗ ਸਾਊਂਡ ਨਹੀਂ ਦੇਣੀ। ਨਾ ਹੋਏ ਐ ਨਹੀਂ ਕਹਿਣਾ ਗਾ, ਭਗਤ ਨਾ ਹੋਏ ਐ ਨਹੀਂ, ਨੰਨੇ ਨੂੰ ਥੋੜਾ ਜਿਹਾ ਬੋਲ ਕੇ ਛੱਡ ਦੇਣਾ, ਭਗਤ ਨਾ ਹੋਏ ਐ। ਵਿਣ ਗੁਣ ਕੀਤੇ ਭਗਤ ਨਾ ਹੋਏ, ਇਸ ਤਰ੍ਹਾਂ ਕਹਿਣਾ। ਇਸ ਦਾ ਅਰਥ ਹੈ, ਪਰ ਚੰਗੇ ਤੇ ਸ਼ੁਭ ਗੁਣ ਧਾਰਨ ਕੀਤੇ ਬਿਨਾਂ ਸੱਚੀ ਭਗਤੀ ਨਹੀਂ ਹੋ ਸਕਦੀ। ਹੁਣ ਗੁਰੂ ਜੀ ਨੇ ਦੁਬਾਰਾ ਫਿਰ ਰਿਪੀਟ ਕੀਤਾ, ਕਹਿੰਦੇ ਆਪਣੇ ਅੰਦਰ, ਆਪਣੇ ਹਿਰਦੇ ਦੇ ਵਿੱਚ, ਆਪਣੇ ਮਨ ਦੇ ਵਿੱਚ ਚੰਗੇ ਗੁਣ ਧਾਰਨ ਕੀਤੇ ਬਿਨਾਂ ਭਗਤੀ ਨਹੀਂ ਹੋ ਸਕਦੀ। ਜੇ ਕੋਈ ਕਰਦਾ ਵੀ ਹੈ, ਕਰਦੇ ਵੀ ਹੈ, ਅਸੀਂ ਵੀ ਕਰਦੇ ਹਾਂ, ਆਪਾਂ ਵੀ ਕਰਦੇ ਹਾਂ, ਵੀ ਮਨ ਦੇ ਵਿੱਚ ਚੰਗੇ ਗੁਣ ਹੈ ਨਹੀਂ ਗੇ, ਬਸ ਮੂੰਹ ਨਾਲ ਜਪੀ ਜਾਂਦੇ ਆ, ਜਪੀ ਜਾਂਦੇ ਆ, ਪਰ ਉਹਨੂੰ ਭਗਤੀ ਨਹੀਂ ਕਹਿ ਸਕਦੇ। ਗੁਰੂ ਸਾਹਿਬ ਜੀ ਕਹਿੰਦੇ ਉਹ ਭਗਤੀ ਨਹੀਂ ਹੁੰਦੀ, ਚੰਗੇ ਗੁਣਾਂ ਨੂੰ ਧਾਰਨ ਕਰਕੇ ਹੀ ਭਗਤੀ ਹੁੰਦੀ ਹੈ। ਵਿਣ ਗੁਣ ਕੀਤੇ, ਚੰਗੇ ਗੁਣ ਧਾਰਨ ਕੀਤੇ ਬਿਨਾਂ ਭਗਤ ਨਾ ਹੋਏ, ਭਗਤੀ ਨਹੀਂ ਹੋ ਸਕਦੀ। ਦੈਨ ਸਵਸਤ ਆਥ ਬਾਣੀ ਬਰਮਾਓ, ਆਥ ਤੇ ਵਿਸ਼ਰਾਮ ਆਊਗਾ। ਆਥ ਸਵਸਤ ਆਥ ਵਿਸ਼ਰਾਮ, ਬਾਣੀ ਬਰਮਾਓ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪੌੜੀ ਦੇ ਵਿੱਚ ਅਗਲੀ ਗੱਲ ਨੂੰ ਚੇਂਜ ਕਰਕੇ ਹੋਰ ਵਿਚਾਰ ਨਾਲ ਸਟਾਰਟ ਹੁੰਦੀ ਹੈ, ਟੌਪਿਕ ਚੇਂਜ ਹੁੰਦਾ ਇਹਦੇ ਵਿੱਚ।
ਇੱਥੇ ਹੁਣ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਗਲੀ ਗੱਲ ਕਰਦੇ ਆ, ਸਵਸਥ ਆਥ ਬਾਣੀ ਬਰਮਾਓ। ਇਹ ਜਿਹੜਾ ਉਚਾਰਨ ਠੀਕ ਹੈ ਇਹਦਾ, ਵਿਸ਼ਰਾਮ ਆਥ ਦੇ ਉੱਤੇ ਲੱਗੂ ਹੈ। ਇਸ ਪੰਕਤੀ ਦਾ ਅਰਥ ਹੈ ਕਿ ਵਾਹਿਗੁਰੂ ਤੋਂ ਹੀ ਮਾਇਆ ਬਣੀ ਹੈ, ਵਾਹਿਗੁਰੂ ਤੋਂ ਹੀ ਮਾਇਆ ਬਣੀ ਹੈ, ਫਿਰ ਉਸ ਦੇ ਹੀ ਬੋਲਾਂ ਤੋਂ ਬਰਮਾ ਆਦ ਹੋਇਆ। ਭਾਵ ਤਿੰਨਾਂ ਰੂਪਾਂ ਵਿੱਚ ਓਮ ਦਾ ਭਾਵ ਹੋਇਆ। ਹੁਣ ਗੁਰੂ ਜੀ ਇੱਥੇ ਟੌਪਿਕ ਚੇਂਜ ਹੋ ਗਿਆ ਇਸੇ ਪੌੜੀ ਦੇ ਵਿੱਚ। ਹੁਣ ਗੁਰੂ ਜੀ ਸ੍ਰਿਸ਼ਟੀ ਦੀ ਰਚਨਾ ਦੀ ਗੱਲ ਕਰਦੇ ਆ ਹੁਣ ਅਗਲੀਆਂ ਪੰਕਤੀਆਂ ਵਿੱਚ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਸਵਸਥ ਆਥ ਬਾਣੀ ਬਰਮਾਓ, ਵਾਹਿਗੁਰੂ ਤੋਂ ਹੀ ਮਾਇਆ ਬਣੀ ਹੈ। ਆਥ ਮਤਲਬ ਆਰਥਿਕ ਸਥਿਤੀ, ਆਰਥਿਕ ਪੋਜੀਸ਼ਨ, ਧਨ ਦੌਲਤ ਮਾਇਆ ਹੋਰ ਜੋ ਵਸਤੂਆਂ ਹਨ। ਵਾਹਿਗੁਰੂ ਤੋਂ ਹੀ ਮਾਇਆ ਬਣੀ ਹੈ, ਫਿਰ ਉਸ ਦੇ ਬੋਲਾਂ ਤੋਂ ਹੀ ਬਰਮਾ ਆਦ। ਬਾਣੀ ਬਰਮਾਓ ਦਾ ਮਤਲਬ ਕਿ ਬਾਣੀ ਮਤਲਬ ਬੋਲ, ਬਰਮਾਓ ਮਤਲਬ ਬਰਮਾ ਤੇ ਹੋਰ ਦੇਵਤੇ। ਉਸ ਦੇ ਬੋਲਾਂ ਤੋਂ ਹੀ ਬਰਮਾ ਆਦ ਹੋਏ ਹਨ। ਭਾਵ ਤਿੰਨਾਂ ਰੂਪਾਂ ਵਿੱਚ ਓਮ ਤੋਂ ਭਾਵ ਹੋਇਆ। ਬੰਧਨਾਂ ਤੋਂ ਮੁਕਤ ਵਾਹਿਗੁਰੂ ਨੂੰ ਇੱਕ ਤੋਂ ਅਨੇਕ ਰੂਪ ਹੋਣ ਦਾ ਵਿਚਾਰ ਆਇਆ ਤਾਂ ਉਹ ਮਾਇਆ, ਬਰਮਾ ਅਤੇ ਹੋਰ ਵਸਤੂਆਂ ਦਾ ਰੂਪ ਹੋ ਗਿਆ। ਸਵਸਤ ਬਹੁਤ ਸਾਰੀਆਂ ਵਸਤੂਆਂ ਦਾ ਰੂਪ ਹੋ ਗਿਆ ਪਰਮਾਤਮਾ ਇੱਕ ਤੋਂ। ਸੋ ਅਸਤ ਇੱਕ ਤੋਂ ਕਈ ਰੂਪ ਹੋ ਗਿਆ। ਸਤ ਸੁਹਾਣ ਸਦਾ ਮਨ ਚਾਓ, ਸੁਹਾਣ ਤੇ ਵਿਸ਼ਰਾਮ ਆਊਗਾ, ਇੱਕੋ ਹੀ ਵਿਸ਼ਰਾਮ ਹੈ। ਸਤ ਸੁਹਾਣ ਵਿਸ਼ਰਾਮ ਸਦਾ ਮਨ ਚਾਓ, ਇਸ ਤਰ੍ਹਾਂ ਉਚਾਰਨ ਇਹਦਾ ਠੀਕ ਹੈ। ਸਤ ਸੁਹਾਣ ਸਦਾ ਮਨ ਚਾਓ। ਇਸ ਪੰਕਤੀ ਦਾ ਅਰਥ ਹੈ ਕਿ ਵਾਹਿਗੁਰੂ ਪਰਮ ਤੱਤ ਹੈ, ਸੁੰਦਰ ਹੈ ਤੇ ਚੇਤਨ ਸਰੂਪ ਹੈ। ਉਸ ਦੇ ਚਿੱਤ ਵਿੱਚ ਸਦਾ ਆਨੰਦ ਵਸਦਾ ਹੈ। ਸਤ ਸੁਹਾਣ, ਸਤ ਮਤਲਬ ਸਤ ਰੂਪ ਹੈ, ਸੁਹਾਣ ਮਤਲਬ ਸੁੰਦਰ ਹੈ। ਸਦਾ ਮਨ ਚਾਓ, ਉਹਦੇ ਚਿੱਤ ਦੇ ਵਿੱਚ ਹਮੇਸ਼ਾ ਆਨੰਦ ਬਣਿਆ ਰਹਿੰਦਾ ਹੈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸ੍ਰਿਸ਼ਟੀ ਦੀ ਰਚਨਾ, ਟਾਈਮ ਦੀ ਰਚਨਾ, ਜ਼ਮਾਨੇ ਦੀ ਰਚਨਾ, ਚੀਜ਼ਾਂ ਦੀ ਰਚਨਾ ਬਾਰੇ ਗੱਲ ਕਰਦੇ ਆ। ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਹੁਣ ਇੱਥੇ ਸਾਰੇ ਜਿੰਨੇ ਵਰਡ ਹੈ, ਸਾਰੇ ਵਰਡ, ਸਾਰੇ ਸ਼ਬਦਾਂ ਦੇ ਉੱਪਰ ਵਿਸ਼ਰਾਮ ਲੱਗਿਆ। ਕਵਣ ਸੁਵੇਲਾ ਵਿਸ਼ਰਾਮ, ਵਖਤ ਕਵਣ ਵਿਸ਼ਰਾਮ, ਕਵਣ ਥਿਤ ਵਿਸ਼ਰਾਮ, ਕਵਣ ਵਾਰ। ਇਸ ਤਰ੍ਹਾਂ ਆਪਾਂ ਕਈ ਵਾਰੀ ਸੁਣਿਆ ਵੀ ਬਹੁਤ ਸਾਰੇ ਲੋਕ ਇਦਾਂ ਹੀ ਉਚਾਰਨ ਕਰਦੇ, ਕਵਣ ਸੁਵੇਲਾ ਵਖਤ, ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਇਕੱਠੇ ਹੀ ਬੋਲ ਦਿੰਦੇ ਆ। ਤੇ ਜਾਂ ਫਿਰ ਇਦਾਂ ਬੋਲਦੇ ਆ, ਕਵਣ ਸੁਵੇਲਾ ਵਖਤ ਕਵਣ, ਕਵਣ ਕਵਣ ਥਿਤ ਵਾਰ, ਮਤਲਬ ਕਵਣ ਦੋ ਵਾਰੀ ਬੋਲ ਦਿੰਦੇ। ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਸੋ ਇੱਥੇ ਸਾਰਿਆਂ ਸ਼ਬਦਾਂ ਨੂੰ ਵੱਖਰੇ ਵੱਖਰੇ ਰੁਕ ਰੁਕ ਕੇ ਬੋਲਣਾ। ਜਿਵੇਂ ਕਵਣ ਦਾ ਮਤਲਬ ਹੁੰਦਾ ਕੌਣ, ਕਿਹੜਾ। ਕਵਣ ਸੁਵੇਲਾ ਇਹ ਵੱਖਰੀ ਗੱਲ ਹੈ। ਵਖਤ ਕਵਣ ਇਹ ਹੋਰ ਵੱਖਰੀ ਗੱਲ ਆ। ਕਵਣ ਥਿਤ ਇਹ ਵੱਖਰੀ ਗੱਲ ਆ। ਕਵਣ ਵਾਰ ਇਹ ਸਾਰੀਆਂ ਵੱਖਰੀਆਂ ਵੱਖਰੀਆਂ ਇੱਕ ਇੱਕ ਗੱਲ ਹੈ। ਇਹ ਚਾਰ ਗੱਲਾਂ ਹੈ। ਸੋ ਇਸ ਦਾ ਅਰਥ ਇਸੇ ਤਰ੍ਹਾਂ ਵਿਸ਼ਰਾਮ ਕਰਨਾ। ਕਵਣ ਸੁਵੇਲਾ ਵਿਸ਼ਰਾਮ, ਵਖਤ ਕਵਣ, ਕਵਣ ਥਿਤ ਕਵਣ ਵਾਰ, ਐਵੇਂ ਰੁਕਦੇ ਜਾਣਾ। ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਐ ਰੁਕਣਾ ਥੋੜਾ ਥੋੜਾ। ਇਸ ਦਾ ਅਰਥ ਹੈ ਵੀ ਉਹ ਸਮਾਂ ਕਿਹੜਾ ਸੀ। ਕਵਣ ਸੁਵੇਲਾ, ਵੇਲਾ ਮੀਨਸ ਸਮਾਂ, ਟਾਈਮ। ਉਹ ਸਮਾਂ ਕਿਹੜਾ ਸੀ। ਵਕਤ ਕਵਣ, ਘੜੀ ਪਲ ਦਾ ਕੀ ਸਮਾਂ ਸੀ, ਮਤਲਬ ਟਾਈਮ ਕਿੰਨਾ ਸੀ। ਵਕਤ ਆਪਾਂ ਕਹਿੰਦੇ ਨਾ ਕੀ ਵਕਤ ਹੋ ਗਿਆ ਹੁਣ, ਮਤਲਬ ਟਾਈਮ ਕੀ ਹੋ ਗਿਆ। ਸੋ ਗੁਰੂ ਜੀ ਕਹਿੰਦੇ ਉਹ ਸਮਾਂ ਕਿਹੜਾ ਸੀ, ਦਿਨ ਸੀ ਕਿ ਰਾਤ ਸੀ। ਘੜੀ ਪਲ ਦਾ ਕੀ ਸਮਾਂ ਸੀ, ਯਾਨੀ ਕਿ ਉਦੋਂ ਟਾਈਮ ਕੀ 12 ਵਜੇ ਸੀ, 1 ਵਜੇ ਸੀ, ਕਿੰਨਾ ਟਾਈਮ ਸੀ। ਵਕਤ ਕੌਣ ਮਤਲਬ ਕਿੰਨਾ ਟਾਈਮ ਸੀ, 10 ਵਜੇ ਸੀ, 12 ਵਜੇ ਸੀ, 1 ਵਜੇ ਸੀ, 5 ਵਜੇ ਸੀ।
ਜਿਵੇਂ ਘੜੀਆਂ ਦਾ ਪਤਾ ਵੀ ਘੜੀ ਜਦੋਂ ਸਟਾਰਟ ਹੋਈ ਹੈ ਤਾਂ ਉਹ ਜਦੋਂ ਘੜੀ ਬਣੀ ਹੈ ਹੋਂਦ ਦੇ ਵਿੱਚ ਆਈ ਹੈ ਜਿਹੜੀ ਵਾਚ ਹੈਗੀ ਆ, ਤਾਂ ਉਹ 10:10 ਤੋਂ ਹੁੰਦੀ ਹੈ। ਅਤੇ ਹੁਣ ਸਾਰੀਆਂ ਘੜੀਆਂ 10:10 ਤੋਂ ਸਟਾਰਟ ਹੁੰਦੀਆਂ ਜਦੋਂ ਉਹ ਕੰਪਨੀ 'ਚ ਨਿਕਲਦੀਆਂ ਜਾਂ ਉਹ ਪੈਕਅਪ ਹੁੰਦੀਆਂ ਜਾਂ ਮੇਕ ਹੁੰਦੀਆਂ। ਸੋ ਗੁਰੂ ਸਾਹਿਬ ਜੀ ਕਹਿੰਦੇ ਵੀ ਟਾਈਮ ਕਿਹੜਾ ਸੀ ਉਦੋਂ, ਫਿਰ 1 ਵਜੇ ਸੀ ਜਾਂ 5 ਵਜੇ ਸਨ, ਮੱਸਿਆ ਸੀ ਕਿ ਪੂਰਨਮਾਸ਼ੀ ਸੀ, ਕਵਣ ਥਿਤ, ਉਦੋਂ ਮੱਸਿਆ ਸੀ ਕਿ ਥਿੱਤਾਂ ਜਿਹੜੀਆਂ ਹੁੰਦੀਆਂ 15 ਦਿਨ ਪੂਰਨਮਾਸ਼ੀ ਦੇ ਹੁੰਦੇ, 15 ਦਿਨ ਮੱਸਿਆ ਦੇ ਹੁੰਦੇ ਆ, ਫਿਰ 1 ਮਹੀਨਾ ਪੂਰਾ ਹੁੰਦਾ, ਉਹਨੂੰ ਕਹਿੰਦੇ ਥਿੱਤਾਂ। ਕਵਣ ਥਿਤ ਮਤਲਬ ਮੱਸਿਆ ਸੀ ਕਿ ਪੂਰਨਮਾਸ਼ੀ ਸੀ। ਕਵਣਵਾਰ, ਕਵਣਵਾਰ ਦਾ ਅਰਥ ਹੈ ਐਤਵਾਰ ਸੀ ਕਿ ਸੋਮਵਾਰ ਸੀ, ਕਿਹੜਾ ਵਾਰ ਸੀ ਉਦੋਂ ਜਦੋਂ ਦੁਨੀਆ ਬਣੀ ਸੀ। ਸੋ ਗੁਰੂ ਜੀ ਕਹਿੰਦੇ ਉਹ ਸਮਾਂ ਕਿਹੜਾ ਸੀ, ਦਿਨ ਸੀ ਕਿ ਰਾਤ ਸੀ, ਘੜੀ ਪਲ ਦਾ ਸਮਾਂ ਕੀ ਸੀ, ਟਾਈਮ ਕਿੰਨਾ ਸੀ, 1 ਵਜੇ ਸੀ ਕਿ 5 ਵਜੇ ਸਨ, ਮੱਸਿਆ ਸੀ ਕਿ ਪੂਰਨਮਾਸ਼ੀ ਸੀ, ਐਤਵਾਰ ਸੀ ਕਿ ਸੋਮਵਾਰ ਸੀ। ਦੈਨ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ। ਇਸ ਤਰ੍ਹਾਂ ਇਹਦੇ ਵਿੱਚ ਵੀ 2 ਵਿਸ਼ਰਾਮ ਆਉਂਦੇ ਆ, ਇੱਕ ਰੁੱਤੀ ਦੇ ਉੱਤੇ ਵਿਸ਼ਰਾਮ ਆਉਂਦਾ ਹੈ, ਇੱਕ ਕਵਣ ਦੇ ਉੱਤੇ ਵਿਸ਼ਰਾਮ ਆਉਂਦਾ ਹੈ। ਕਵਣ ਸੇ ਰੁੱਤੀ ਵਿਸ਼ਰਾਮ, ਮਾਹੋ ਕਵਣ ਵਿਸ਼ਰਾਮ, ਜਿਤ ਹੋਆ ਆਕਾਰ। ਸੋ ਇਸ ਪੰਕਤੀ ਦਾ ਅਰਥ ਹੈ ਕਿ ਉਦੋਂ ਰੁੱਤ ਕਿਹੜੀ ਸੀ, ਕਵਣ ਸੇ ਰੁੱਤੀ, ਕਵਣ ਸੇ ਰੁੱਤੀ ਮਤਲਬ ਉਦੋਂ ਰੁੱਤ ਕਿਹੜੀ ਸੀ, ਗਰਮੀ ਸੀ ਕਿ ਸਰਦੀ ਸੀ, ਮੀਂਹ ਦੀ ਰੁੱਤ ਸੀ ਜਾਂ ਪਤਝੜ ਦੀ ਰੁੱਤ ਸੀ। ਤਾਂ ਕਿਹੜਾ ਮੌਸਮ ਸੀਗਾ ਉਦੋਂ। ਮਾਹੋ ਕਵਣ ਮਹੀਨਾ ਕਿਹੜਾ ਸੀਗਾ, ਚੇਤ ਸੀ ਜਾਂ ਵਿਸਾਖ ਸੀ, ਜਨਵਰੀ ਸੀ ਜਾਂ ਫਰਵਰੀ ਸੀ, ਕਿਹੜਾ ਮਹੀਨਾ ਸੀ। ਜਿਤ ਹੋਆ ਆਕਾਰ ਮਤਲਬ ਜਦੋਂ ਦੁਨੀਆ ਆਕਾਰ ਵਿੱਚ ਆਈ, ਜਦੋਂ ਦੁਨੀਆ ਬਣੀ, ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ, ਉਦੋਂ ਕਿਹੜੀ ਰੁੱਤ ਸੀ, ਗਰਮੀ, ਸਰਦੀ, ਮੀਂਹ ਦੀ ਰੁੱਤ ਸੀ ਜਾਂ ਪਤਝੜ ਦੀ ਰੁੱਤ ਸੀ। ਮਹੀਨਾ ਕਿਹੜਾ ਸੀ ਜਦੋਂ ਦੁਨੀਆ ਬਣੀ। ਦੈਨ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਣ। ਪੰਡਤੀ ਤੇ ਵਿਸ਼ਰਾਮ ਆਊਗਾ, ਇੱਕੋ ਹੀ ਵਿਸ਼ਰਾਮ ਹੈ। ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਣ, ਪੰਡਤੀ ਤੇ ਵਿਸ਼ਰਾਮ। ਇੱਥੇ ਥੋੜਾ ਜਿਹਾ ਸਾਡੇ ਕੋਲੋਂ ਇੱਕ ਮਿਸਟੇਕ ਸ਼ਾਇਦ ਹੋ ਜਾਂਦੀ ਹੋਣੀ ਉਚਾਰਨ ਲੱਗਿਆ। ਬਹੁਤਿਆਂ ਕੋਲੋਂ ਸੁਣਿਆ ਵੇਲ ਨਾ ਪਾਇਆ ਪੰਡਤੀ, ਐਂ ਬੋਲਦੇ ਆ, ਵੇਲ ਨਾ ਪਾਇਆ ਪੰਡਤੀ। ਨਹੀਂ, ਈੜੀ ਨੂੰ ਬਿਹਾਰੀ ਲੱਗੀ ਹੋਈ ਹੈ, ਈੜੀ ਨੂੰ ਬਿਹਾਰੀ ਲੱਗੀ ਹੋਈ ਹੈ, ਤਾਂ ਅਸੀਂ ਡਬਲ ਈ ਦੀ ਸਾਊਂਡ ਦੇਵਾਂਗੇ। ਪਾਇਆ ਨਹੀਂ ਕਹਿਣਾ, ਪਾਈਆ, ਡਬਲ ਈ, ਪਾਈਆ, 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 ਡਬਲ ਈ ਸਾਊਂਡ ਦੇਣੀ ਹੈ, ਠੀਕ ਹੈ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਣ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਭਾਵੇਂ ਪੁਰਾਣਾਂ ਵਿੱਚ ਸ੍ਰਿਸ਼ਟੀ ਦੀ ਰਚਨਾ ਬਾਰੇ ਲਿਖਿਆ ਹੈ, ਪਰ ਟਾਈਮ ਵਾਰ ਬਾਰੇ ਕੁਝ ਨਹੀਂ ਲਿਖਿਆ। ਇਸ ਕਰਕੇ ਹੀ ਬਿਆਸ ਤੇ ਵਿਸ਼ਿਸ਼ਟ ਵਰਗੇ ਮਹਾਨ ਪੰਡਤਾਂ ਨੇ ਵੀ ਉਸ ਸਮੇਂ ਨੂੰ ਨਹੀਂ ਜਾਣਿਆ, ਕਿਉਂਕਿ ਉੱਥੇ ਲਿਖਿਆ ਹੀ ਕੁਝ ਨਹੀਂ। ਜਿਵੇਂ ਵੇਲ ਨਾ ਪਾਈਆ ਪੰਡਤੀ, ਪੰਡਤੀ ਤੋਂ ਅਰਥ ਇੱਥੇ ਇਹ ਬਣੂਗਾ ਕਿ ਹਿੰਦੂ ਧਰਮ ਦੇ ਬਹੁਤ ਵੱਡੇ ਮਹਾਨ ਵਿਦਵਾਨ ਪੰਡਤ ਕੌਣ ਹੋਏ ਆ, ਬਿਆਸ ਜੀ ਤੇ ਵਿਸ਼ਿਸ਼ਟ ਜੀ। ਕਹਿੰਦੇ ਉਹਨਾਂ ਨੇ ਵੀ ਉਸ ਵੇਲੇ ਦਾ ਅੰਤ ਨਹੀਂ ਪਾਇਆ। ਵੇਲ ਦਾ ਮਤਲਬ ਕਿ ਵੇੜਾ, ਪਾਈਆ ਮਤਲਬ ਪਾਇਆ। ਉਹਨਾਂ ਮਹਾਨ ਪੰਡਤਾਂ ਨੇ ਵੀ ਉਸ ਵੇਲੇ ਦਾ ਭੇਦ ਨਹੀਂ ਪਾਇਆ ਜੇ ਹੋਵੇ ਲੇਖ ਪੁਰਾਣ। ਫਿਰ ਗੁਰੂ ਜੀ ਕਹਿੰਦੇ ਆ ਕਿ ਇਹ ਕੁਰਾਨਾਂ ਦੇ ਵਿੱਚ ਵੀ, ਪੁਰਾਣ ਦੇ ਵਿੱਚ ਵੀ ਕਿਤੇ ਨਹੀਂ ਲਿਖਿਆ ਹੋਇਆ, ਕੋਈ ਟਾਈਮ ਸਮਾਂ ਕੁਝ ਨਹੀਂ ਲਿਖਿਆ ਹੋਇਆ। ਵੇਦਾਂ ਪੁਰਾਣਾਂ ਦੇ ਵਿੱਚ, ਪੁਰਾਣ ਮਤਲਬ ਵੇਦ, ਜਿਹੜੇ ਪੁਰਾਣ 18 ਪੁਰਾਣ ਆ, 4 ਵੇਦ ਆ ਤੇ 6 ਸ਼ਾਸਤਰ ਆ, ਇਹਨਾਂ ਦੇ ਵਿੱਚ ਕਿਤੇ ਵੀ ਕੋਈ ਟਾਈਮ ਨਹੀਂ ਲਿਖਿਆ ਵੀ ਇੰਨੇ ਵਜੇ ਦੁਨੀਆ ਬਣੀ, ਆਹ ਦਿਨ ਸੀਗਾ ਉਦੋਂ, ਤੇ ਪੂਰਨਮਾਸ਼ੀ, ਮੱਸਿਆ, ਸੋਮਵਾਰ, ਕੁਛ ਨਹੀਂ ਲਿਖਿਆ ਹੋਇਆ। ਦੈਨ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ। ਹੁਣ ਇੱਥੇ ਗੁਰੂ ਨਾਨਕ ਦੇ ਇੱਥੇ ਜਿਹੜੀ ਪੰਕਤੀ ਹੈ, ਇਹਦੇ ਕਾਦੀਆ ਤੇ ਵਿਸ਼ਰਾਮ ਆਊਗਾ। ਵਕਤ ਨ ਪਾਇਓ ਕਾਦੀਆ ਵਿਸ਼ਰਾਮ ਜੇ ਲਿਖਣ ਲੇਖ ਕੁਰਾਨ।
ਇਸ ਤਰ੍ਹਾਂ ਕਾਦੀਆਂ ਤੇ ਵਿਸ਼ਰਾਮ ਆਊਗਾ। ਇੱਥੇ ਹੁਣ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਜੀ ਦੀਆਂ ਇਹਨਾਂ ਪੰਕਤੀਆਂ ਵਿੱਚ ਤਿੰਨ ਤਰ੍ਹਾਂ ਦੇ ਮਹਾਨ ਵਿਦਵਾਨਾਂ ਦੀ ਗੱਲ ਕਰ ਰਹੇ, ਤਿੰਨਾਂ ਧਰਮਾਂ ਦੀ ਗੱਲ ਕਰ ਰਹੇ, ਐਂ ਕਹਿ ਲਓ ਅਸੀਂ। ਕਿਉਂਕਿ ਗੁਰੂ ਨਾਨਕ ਦੇਵ ਜੀ ਵੇਲੇ ਇੱਕ ਪੰਡਤਾਂ ਦਾ ਬੋਲਬਾਲਾ ਬਹੁਤ ਸੀਗਾ, ਦੂਜਾ ਕਾਜੀ ਮੁਲਾਣਿਆਂ ਦਾ ਬਹੁਤ ਬੋਲਬਾਲਾ ਸੀਗਾ, ਤੇ ਤੀਜਾ ਗੁਰੂ ਨਾਨਕ ਦੇਵ ਜੀ ਵੇਲੇ ਜੋਗੀਆਂ ਦਾ ਬਹੁਤ ਬੋਲਬਾਲਾ ਸੀਗਾ। ਤੇ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਤਿੰਨਾਂ ਦੇ ਉੱਪਰ ਤਰਕ ਕੀਤੀ ਆ, ਤਿੰਨਾਂ ਦਾ ਇੱਥੇ ਰੈਫਰੈਂਸ ਦਿੱਤਾ ਹੋਇਆ, ਇਹਨਾਂ ਦੀ ਤਿੰਨਾਂ ਦੀ ਗੱਲ ਕੀਤੀ ਆ, ਪੰਡਤਾਂ ਦੀ ਗੱਲ ਕੀਤੀ ਹੈ। ਹੁਣ ਇਸ ਉਤਲੀ ਪੰਗਤੀ ਦੇ ਵਿੱਚ ਪੰਡਤਾਂ ਦੀ ਗੱਲ ਕੀਤੀ ਸੀ, ਵੇਲ ਨਾ ਪਾਈਆ ਪੰਡਤੀ ਵੀ ਹਿੰਦੂ ਧਰਮ ਦੇ ਕਿਸੇ ਪੁਰਾਣ ਨੇ, ਹਿੰਦੂ ਧਰਮ ਦੇ ਕਿਸੇ ਬ੍ਰਾਹਮਣ ਵਿਦਵਾਨ ਨੇ ਅੱਜ ਤੱਕ ਇਹ ਨਹੀਂ ਦੱਸਿਆ ਕਿ ਦੁਨੀਆ ਕਦੋਂ ਬਣੀ, ਕਿਉਂਕਿ ਪੁਰਾਣਾਂ ਦੇ ਵਿੱਚ ਹੀ ਨਹੀਂ ਲਿਖਿਆ ਹੋਇਆ, ਉਹਨਾਂ ਦੇ ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਨਹੀਂ ਲਿਖਿਆ ਹੋਇਆ। ਹੁਣ ਇੱਥੇ ਗੁਰੂ ਮਹਾਰਾਜ ਜੀ ਕਾਦੀਆਂ ਮਤਲਬ ਕਾਜੀਆ ਮੁਲਾਣਿਆਂ ਦੀ ਗੱਲ ਕਰਦੇ ਆ। ਸੋ ਵਕਤ ਨਾ ਪਾਇਓ ਕਾਦੀਆ, ਕਾਦੀਆਂ ਨਹੀਂ ਕਹਿਣਾ ਇਹਨੂੰ, ਕਾਦੀਆਂ, ਕਾਦੀਆ ਬੋਲਣਾ, ਵਿਦਾਊਟ ਬਿੰਦੀ ਆੜਾ ਬੋਲਣਾ। ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ। ਇੱਥੇ ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਆ, ਕਹਿੰਦੇ ਭਾਵੇਂ ਜੰਬੂਰ, ਤੌਰੇਤ, ਬਾਈਬਲ ਤੇ ਕੁਰਾਨ ਵਿੱਚ ਲਿਖਿਆ ਹੈ ਕਿ ਦੁਨੀਆ ਬਣੀ ਹੈ, ਭਾਵੇਂ ਜੰਬੂਰ, ਤੌਰੇਤ, ਬਾਈਬਲ ਤੇ ਕੁਰਾਨ ਵਿੱਚ ਲਿਖਿਆ ਹੈ ਕਿ ਦੁਨੀਆ ਬਣੀ ਹੈ, ਪਰ ਮੁਹੰਮਦ ਤੇ ਮੂਸਾ ਵਰਗੇ ਪੈਗੰਬਰਾਂ ਅਤੇ ਕਾਜੀ ਮੁਲਾਣਿਆਂ ਨੇ ਵੀ ਉਸ ਸਮੇਂ ਨੂੰ ਨਹੀਂ ਜਾਣਿਆ, ਕਿਉਂਕਿ ਉੱਥੇ ਦਿਨ ਜਾਂ ਮਹੀਨਾ ਕੁਝ ਨਹੀਂ ਲਿਖਿਆ ਹੋਇਆ। ਕੁਝ ਲਿਖਿਆ ਹੋਵੇ ਤਾਂ ਫਿਰ ਹੀ ਜਾਣਨ। ਕਿਸੇ ਪੁਰਾਣ ਵਿੱਚ ਕਿਸੇ ਮੁਹੰਮਦ ਸਾਹਿਬ, ਮੂਸਾ ਵਰਗੇ ਹੋਰ ਪੈਗੰਬਰਾਂ ਜਾਂ ਕਾਜੀ ਮੁਲਾਣਿਆਂ ਨੇ ਇਸ ਗੱਲ ਨੂੰ ਨਹੀਂ ਜਾਣਿਆ, ਕਿਸੇ ਨੇ ਨਹੀਂ ਦੱਸਿਆ ਵੀ ਉਦੋਂ ਦਿਨ ਕਿਹੜਾ ਸੀਗਾ, ਮਹੀਨਾ ਕਿਹੜਾ ਸੀਗਾ, ਰੁੱਤ ਕਿਹੜੀ ਸੀਗੀ। ਹਾਂ, ਇੰਨਾ ਲਿਖਿਆ ਹੋਇਆ ਵੀ ਦੁਨੀਆ ਬਣੀ ਹੈ। ਦੈਨ ਅੱਗੇ ਹੁਣ ਜੋਗੀਆਂ ਦੀ ਗੱਲ ਕਰਦੇ ਗੁਰੂ ਮਹਾਰਾਜ ਜੀ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੂ ਨਾ ਕੋਈ। ਇੱਥੇ ਜਾਣਾ ਤੇ ਵਿਸ਼ਰਾਮ ਆਊਗਾ। ਥਿਤ ਵਾਰ ਨਾ ਜੋਗੀ ਜਾਣੈ ਵਿਸ਼ਰਾਮ, ਰੁੱਤ ਮਾਹੂ ਨਾ ਕੋਈ। ਇਸ ਤਰ੍ਹਾਂ ਉਚਾਰਨ ਠੀਕ ਹੈ, ਸਾਰੇ ਇਸੇ ਤਰ੍ਹਾਂ ਹੀ ਪੜ੍ਹਦੇ ਆ ਸਾਰੇ। ਸੋ ਇਸ ਦਾ ਅਰਥ ਹੈ ਕਿ ਜੋਗੀ ਵੀ ਨਹੀਂ ਜਾਣਦੇ ਕਿ ਉਸ ਸਮੇਂ ਰੁੱਤ ਮਹੀਨਾ ਕਿਹੜਾ ਸੀਗਾ। ਰੁੱਤ ਮੀਨਸ ਉਹੀ ਆ ਗਈ ਵੀ ਸਰਦੀਆਂ ਦੀ ਰੁੱਤ ਸੀ ਕਿ ਗਰਮੀਆਂ ਦੀ ਰੁੱਤ ਸੀਗੀ। ਤਾਂ ਠੰਡ ਵਾਲੀ ਸੀ ਜਾਂ ਗਰਮੀਆਂ ਦੀ ਸੀ ਜਾਂ ਜਨਵਰੀ ਸੀ ਜਾਂ ਫਰਵਰੀ ਸੀ, ਕੀ ਸੀਗਾ, ਮੀਂਹਾਂ ਦੀ ਰੁੱਤ ਸੀ, ਬਾਰਿਸ਼ਾਂ ਦੀ ਰੁੱਤ ਸੀ, ਪਤਾ ਨਹੀਂ। ਮਾਹੋ ਮਤਲਬ ਮਹੀਨਾ, ਮਹੀਨਾ ਕਿਹੜਾ ਸੀ, ਰੁੱਤ ਕਿਹੜੀ ਸੀਗੀ। ਜੋਗੀਆਂ ਨੂੰ ਵੀ ਨਹੀਂ ਪਤਾ, ਉਹ ਵੀ ਨਹੀਂ ਜਾਣਦੇ। ਤਾਂ ਗੁਰੂ ਨਾਨਕ ਦੇਵ ਜੀ ਅੱਗੇ ਬਚਨ ਕਰਦੇ ਹਨ, ਜਾ ਕਰਤਾ ਸਿੱਠੀ ਕੋ ਸਾਜੇ, ਆਪੇ ਜਾਣੈ ਸੋਈ। ਸਾਜੇ ਤੇ ਵਿਸ਼ਰਾਮ ਆਊਗਾ। ਤੇ ਇੱਥੇ ਥੋੜਾ ਜਿਹਾ ਮੈਨੂੰ ਲੱਗਦਾ ਕਦੇ ਕਦੇ ਸੁਣਦੇ ਆ ਆਪਾਂ, ਜ਼ਿਆਦਾ ਤਾਂ ਨਹੀਂ, ਵੈਸੇ ਤਾਂ ਸਾਰੇ ਸਿਰਠੀ ਬੋਲਦੇ ਆ, ਸਿਰਠੀ, ਬਟ ਬਹੁਤਿਆਂ ਨੂੰ ਸੁਣਿਆ ਕਿ ਸ੍ਰਿਸ਼ਟੀ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ। ਸ੍ਰਿਸ਼ਟੀ ਨਹੀਂ ਲਿਖਿਆ ਇੱਥੇ, ਸੱਸੇ ਸਿਹਾਰੀ ਰਾਰਾ ਠੱਠੇ ਨਵਿਆਰੀ ਸਿਰਠੀ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣਾ ਸੋਈ। ਐ ਉਚਾਰਨ ਕਰਨਾ ਇਹਦਾ ਆਪਾਂ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਹੇ ਭਾਈ, ਜੋ ਸ੍ਰਿਸ਼ਟੀ ਦਾ ਕਰਤਾ ਤੇ ਰਚਨਹਾਰ ਹੈ, ਸ੍ਰਿਸ਼ਟੀ ਨੂੰ ਬਣਾਉਣ ਵੇਲੇ ਦਾ ਸਮਾਂ ਉਹ ਆਪ ਹੀ ਜਾਣਦਾ, ਬਟ ਕੋਈ ਨਹੀਂ ਜਾਣਦਾ ਵੀ ਉਦੋਂ ਮਤਲਬ ਕੀ ਟਾਈਮ ਸੀ, ਡੇ ਟਾਈਮ, ਸੀਜ਼ਨ ਐਂਡ ਮੰਥ ਔਰ ਵੈਨ ਦਾ ਐਂਟਾਇਰ ਕ੍ਰੀਏਸ਼ਨ ਕੇਮ। ਤਾਂ ਉਦੋਂ ਜਦੋਂ ਦੁਨੀਆ ਬਣੀ ਆ, ਉਦੋਂ ਕਿਹੜਾ ਮੰਥ, ਕਿਹੜਾ ਸੀਜ਼ਨ, ਕਿਹੜਾ ਦਿਨ, ਕਿਹੜਾ ਟਾਈਮ ਆ, ਉਹ ਕਿ ਨਹੀਂ ਪਤਾ। ਤਾਂ ਉਹ ਆਪ ਵਾਹਿਗੁਰੂ ਆਪ ਹੀ ਜਾਣਦਾ ਕਿ ਇਹ ਦੁਨੀਆ ਕਦੋਂ ਬਣਾਈ, ਕਿਵੇਂ ਬਣੀ, ਇਸ ਦਾ ਉਸੇ ਨੂੰ ਹੀ ਪਤਾ ਹੈ। ਦੈਨ ਅਗਲੀ ਪੰਕਤੀ ਵਿੱਚ ਗੁਰੂ ਜੀ ਕਹਿੰਦੇ, ਕਿਵ ਕਰ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ। ਇਸ ਪੰਕਤੀ ਦੇ ਵਿੱਚ ਦੋ ਵਿਸ਼ਰਾਮ ਹੈ। ਇੱਕ ਵਿਸ਼ਰਾਮ ਸਾਲਾਹੀ ਦੇ ਉੱਪਰ ਹੈ ਤੇ ਇੱਕ ਵਿਸ਼ਰਾਮ ਵਰਨੀ ਦੇ ਉੱਪਰ ਹੈ। ਕਿਵ ਕਰ ਆਖਾ ਕਿਵ ਸਾਲਾਹੀ ਵਿਸ਼ਰਾਮ, ਕਿਉ ਵਰਨੀ ਵਿਸ਼ਰਾਮ।
ਕਿਵ ਜਾਣਾ। ਇਹ ਜਿਹੜਾ ਵਰਣੀ ਵਾਲਾ ਵਿਸ਼ਰਾਮ ਹੈ ਇੱਥੇ ਥੋੜਾ ਜਿਹਾ ਰੁਕਣਾ। ਕਿਉਂ ਵਰਣੀ ਕਿਵ ਜਾਣਾ ਇੱਦਾਂ। ਸਲਾਹੀ ਇੱਥੇ ਥੋੜੀ ਜਿਹੀ ਗਲਤੀ ਹੋ ਜਾਂਦੀ ਸਾਡੇ ਕੋਲੋਂ, ਕਈ ਵਾਰੀ ਸੁਣਿਆ ਕਿਵ ਸਲਾਹੀ ਐ ਕਹਿੰਦੇ, ਕਿਕਰ ਆਖਾ ਕਿਵ ਸਲਾਹੀ ਐਦਾਂ ਬੋਲਦੇ ਆ। ਸੱਸੇ ਨੂੰ ਕੰਨਾਂ ਲੱਗਿਆ ਹੋਇਆ ਉਹਦੀ ਆਵਾਜ਼ ਦੇਣੀ ਸਲਾਹੀ। ਕਿਵ ਕਰ ਆਖਾ ਕਿਵ ਸਲਾਹੀ। ਕਿਉਂ ਵਰਣੀ ਕਿਵ ਜਾਣਾ ਇਸ ਤਰ੍ਹਾਂ। ਵਰਣੀ ਤੇ ਥੋੜਾ ਜਿਹਾ ਰੁਕਣਾ, ਜ਼ਿਆਦਾ ਨਹੀਂ। ਕਿਉਂ ਵਰਣੀ ਕਿਵ ਜਾਣਾ ਹੈ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਕਿਵੇਂ ਆਖਾਂ, ਕਿਵੇਂ ਸਿਫਤ ਕਰਾਂ, ਕਿਵੇਂ ਬਿਆਨ ਕਰਾਂ, ਕਿਵੇਂ ਦੱਸਾਂ। ਕਿਵ ਕਰ ਆਖਾਂ ਕਿਵੇਂ ਆਖਾਂ, ਕਿਵ ਸਲਾਹੀ ਕਿਵੇਂ ਸਿਫਤ ਕਰਾਂ, ਕਿਉਂ ਵਰਣੀ ਮਤਲਬ ਕਿਵੇਂ ਬਿਆਨ ਕਰਾਂ, ਕਿਵੇਂ ਦੱਸਾਂ, ਕਿਵ ਜਾਣਾ ਤੈਨੂੰ ਕਿਵੇਂ ਜਾਣਿਆ ਜਾਏ। ਹੈ ਨਾ, ਸਾਫ਼ ਸਾਫ਼ ਅਰਥ ਹੈ ਇਹਦੇ। ਕਿਵ ਕਰ ਆਖਾਂ ਕਿਵੇਂ ਆਖਾਂ, ਕਿਵ ਸਲਾਹੀ ਕਿਵੇਂ ਸਿਫਤ ਕਰਾਂ, ਕਿਉਂ ਵਰਣੀ ਕਿਵੇਂ ਬਿਆਨ ਕਰਾਂ, ਕਿਵੇਂ ਡਿਟੇਲ ਦੇ ਵਿੱਚ ਦੱਸਾਂ। ਮਤਲਬ ਕਿਵ ਜਾਣਾ ਤੈਨੂੰ ਕਿਵੇਂ ਜਾਣਿਆ ਜਾਏ। ਵੈਰੀ ਸਿੰਪਲ ਮੀਨਿੰਗ ਹੈ ਇਹਦੇ। ਸੋ ਗੁਰੂ ਸਾਹਿਬ ਜੀ ਕਹਿੰਦੇ ਕਿਵੇਂ ਆਖਾਂ, ਕਿਵੇਂ ਸਿਫਤ ਕਰਾਂ, ਕਿਵੇਂ ਬਿਆਨ ਕਰਾਂ, ਕਿਵੇਂ ਦੱਸਾਂ, ਤੈਨੂੰ ਕਿਵੇਂ ਸਮਝਾਂ, ਮੈਂ ਕਿਵੇਂ ਜਾਣਾ। ਮੈਂ ਵਾਹਿਗੁਰੂ ਦੇ ਉਸ ਤਰੀਕੇ ਨੂੰ ਕਿਵੇਂ ਖੋਲ ਕੇ ਦੱਸਾਂ ਜੋ ਪੂਰੀ ਦੁਨੀਆ ਵਿੱਚ, ਪੂਰੀ ਦੁਨੀਆ ਨੂੰ ਟਿਕਾ ਕੇ ਰੱਖਣ ਲਈ ਉਸਨੇ ਵਰਤਿਆ। ਜਿਹੜਾ ਤਰੀਕਾ, ਜੋ ਆਈਡੀਆ ਵਾਹਿਗੁਰੂ ਨੇ ਪੂਰੀ ਦੁਨੀਆ ਨੂੰ ਇੱਕ ਥਾਂ ਤੇ ਟਿਕਾ ਕੇ ਰੱਖਣ ਲਈ ਯੂਜ਼ ਕੀਤਾ ਹੈ ਆਈਡੀਆ, ਉਸ ਬਾਰੇ ਮੈਂ ਕੀ ਜਾਣਦਾ, ਮੈਂ ਕੀ ਦੱਸਾਂ, ਕਿਵੇਂ ਦੱਸਾਂ ਮੈਂ। ਓਕੇ, ਅਗਲੀ ਪੰਕਤੀ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਇੱਥੇ ਦੋ ਵਿਸ਼ਰਾਮ ਹੈ। ਇੱਕ ਆਖੈ ਤੇ ਵਿਸ਼ਰਾਮ ਆਊਗਾ, ਫਿਰ ਅੱਗੇ ਆਊਗਾ ਇੱਕ ਦੇ ਉੱਤੇ ਵਿਸ਼ਰਾਮ। ਜਿਵੇਂ ਨਾਨਕ ਆਖਣ ਸਭ ਕੋ ਆਖੈ ਵਿਸ਼ਰਾਮ, ਇੱਕ ਦੂ ਇੱਕ ਵਿਸ਼ਰਾਮ। ਸਿਆਣਾ, ਸਿਆਣਾ ਕੱਲਾ ਬੋਲਣਾ, ਥੋੜੀ ਜਿਹੀ ਇੱਕ ਦੂ ਇੱਕ ਸਿਆਣਾ। ਇਹ ਇੱਥੇ ਥੋੜੀ ਜਿਹੀ ਸਪੇਸ ਦੇਣੀ ਆਪਾਂ, ਥੋੜਾ ਜਿਹਾ ਪਾਉਜ਼ ਹੋਣਾ। ਇੱਕ ਦੂ ਇੱਕ ਸਿਆਣਾ, ਇੱਕ ਦੂ ਇੱਕ ਸਿਆਣਾ ਐਦਾਂ ਬੋਲਣਾ। ਨਾਨਕ ਆਖਣ ਸਭ ਕੋ ਆਖੈ, ਇੱਥੇ ਥੋੜਾ ਜ਼ਿਆਦਾ ਰੁਕਣਾ ਹੁੰਦਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ ਏਦਾਂ। ਇਸ ਪੰਕਤੀ ਦਾ ਅਰਥ ਹੈ ਕਿ ਹਰ ਕੋਈ ਆਪਣੇ ਵਿਚਾਰਾਂ ਅਨੁਸਾਰ ਵਿਸਥਾਰ ਨਾਲ ਸਿਫਤ ਕਰਕੇ ਆਪਣੇ ਆਪ ਨੂੰ ਦੂਜੇ ਨਾਲੋਂ ਜ਼ਿਆਦਾ ਸਿਆਣਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇੱਕ ਦੂ ਇੱਕ, ਇੱਕ ਦੂਜੇ ਤੋਂ ਜ਼ਿਆਦਾ ਸਿਆਣਾ ਹੋਣਾ, ਇੱਕ ਦੂਜੇ ਤੋਂ ਜ਼ਿਆਦਾ ਸਿਆਣਾ ਮਤਲਬ ਸਿਆਣਾ ਸਮਝਦਾਰ ਹੋਣਾ। ਪਰ ਉਸ ਦਾ ਅੰਤ ਜਾਣਨ ਵਿੱਚ ਕੋਈ ਵੀ ਸਫਲ ਨਹੀਂ ਹੋਇਆ। ਕਹਿੰਦੇ ਸਾਰੇ ਹੀ ਲੋਕ, ਸਾਰੇ ਹੀ ਵਿਦਵਾਨ ਜਾਂ ਸਾਰੇ ਸਮਝਦਾਰ ਲੋਕ ਆਪਣੇ ਵਿਚਾਰਾਂ ਦੇ ਨਾਲ ਚੰਗੀ ਤਰ੍ਹਾਂ ਸਿਫਤਾਂ ਕਰ ਕਰਕੇ ਇੱਕ ਦੂਜੇ ਨਾਲੋਂ ਸਿਆਣਾ ਪ੍ਰੂਫ ਕਰਦੇ ਹਨ, ਪਰ ਉਸ ਦਾ ਅੰਤ ਜਾਣਨ ਵਿੱਚ ਕੋਈ ਵੀ ਸਫਲ ਨਹੀਂ ਹੋਇਆ ਅੱਜ ਤੱਕ। ਦੈਨ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ। ਇੱਥੇ ਵੀ ਦੋ ਵਿਸ਼ਰਾਮ ਹੈ। ਵੱਡਾ ਸਾਹਿਬ ਵਿਸ਼ਰਾਮ, ਵੱਡੀ ਨਾਈ ਵਿਸ਼ਰਾਮ, ਕੀਤਾ ਜਾਕਾ ਹੋਵੇ। ਇੱਕ ਸਾਹਿਬ ਤੇ ਵਿਸ਼ਰਾਮ ਹੈ, ਇੱਕ ਨਾਈ ਤੇ ਵਿਸ਼ਰਾਮ ਹੈ। ਇੱਥੇ ਥੋੜਾ ਜਿਹਾ ਉਚਾਰਨ ਸਾਡੇ ਕੋਲੋਂ ਧਿਆਨ ਰੱਖਣਾ ਹੈ ਵੀ ਨਾਈ ਦਾ ਨੰਨੇ ਕੰਨਾ ਈੜੀ ਬਿਹਾਰੀ ਬਹੁਤ ਸਾਰੀਆਂ ਥਾਵਾਂ ਤੇ ਉੱਥੇ ਕਿਤੇ ਇਸ ਦਾ ਅਰਥ ਨਾਈ ਲਿਖਿਆ, ਜਿੱਥੋਂ ਨੰਨੇ ਕੰਨਾ ਈੜੀ ਬਿਹਾਰੀ ਲਿਖਿਆ ਹੋਊਗਾ ਉੱਥੇ ਉਹਦਾ ਜਿਹੜਾ ਉਚਾਰਨ ਹੈ ਨਾਈ ਹੁੰਦਾ, ਤੇ ਕਈ ਥਾਵਾਂ ਤੇ ਉਹਦਾ ਉਚਾਰਨ ਨਾਈ ਹੁੰਦਾ। ਇੱਥੇ ਹੁਣ ਇਸ ਦਾ ਉਚਾਰਨ ਆਪਾਂ ਨਾਈ ਕਰਨਾ, ਨਾਈ ਨਹੀਂ ਬੋਲਣਾ, ਨਾਈ। ਓਕੇ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ। ਇਸ ਦਾ ਅਰਥ ਹੈ ਉਹ ਸਾਹਿਬ ਸਭ ਤੋਂ ਵੱਡਾ ਹੈ, ਉਸ ਦੇ ਨਾਮ ਦੀ ਵਡਿਆਈ ਵੀ ਵੱਡੀ ਹੈ। ਵੱਡਾ ਸਾਹਿਬ, ਉਹ ਸਾਹਿਬ ਸਭ ਤੋਂ ਵੱਡਾ ਹੈ। ਵੱਡੀ ਨਾਈ, ਉਹਦੇ ਨਾਮ ਦੀ ਵਡਿਆਈ ਵੀ ਵੱਡੀ ਹੈ। ਸੰਸਾਰ ਵਿੱਚ ਸਭ ਕੁਝ ਉਸ ਦਾ ਕੀਤਾ ਹੋਇਆ ਹੀ ਹੁੰਦਾ ਹੈ। ਕੀਤਾ ਜਾਕਾ ਹੋਵੇ ਮਤਲਬ ਸਾਰੀ ਦੁਨੀਆ ਤੇ ਉਹਦਾ ਕੀਤਾ ਹੋਇਆ ਹੀ ਹੁੰਦਾ ਹੈ। ਅੱਗੇ ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ।
ਇੱਥੇ ਵੀ ਦੋ ਵਿਸ਼ਰਾਮ ਹੈ। ਇੱਕ ਤਾਂ ਨਾਨਕ ਦੇ ਉੱਪਰ ਰੁਕਣਾ ਪੈ, ਇਹਨੂੰ ਅਲਪ ਵਿਸ਼ਰਾਮ ਕਹਿੰਦੇ। ਜਿੱਥੇ ਥੋੜਾ ਜਿਹਾ ਰੁਕਣਾ ਹੁੰਦਾ ਉਹਨੂੰ ਅਲਪ ਵਿਸ਼ਰਾਮ ਕਿਹਾ ਜਾਂਦਾ, ਤੇ ਜਿੱਥੇ ਥੋੜਾ ਜਿਹਾ ਜ਼ਿਆਦਾ ਰੁਕਣਾ ਹੁੰਦਾ ਉਹਨੂੰ ਅਰਧ ਵਿਸ਼ਰਾਮ ਕਹਿੰਦੇ। ਹੁਣ ਨਾਨਕ ਦੇ ਉੱਪਰ ਥੋੜਾ ਜਿਹਾ ਰੁਕਣਾ ਪੈ। ਨਾਨਕ ਜੇ ਕੋ ਆਪੋ ਜਾਣਾ ਤੇ ਵੀ ਵਿਸ਼ਰਾਮ ਲੱਗਿਆ ਹੋਇਆ। ਅੱਗੇ ਗਿਆ ਨਾ ਸੋ ਹੈ ਨਾ, ਇਸ ਤਰ੍ਹਾਂ ਨਾਨਕ ਜੇ ਕੋ ਆਪੋ ਜਾਣਾ। ਨਾਨਕ ਤੇ ਕਿੰਨਾ ਕੁ ਰੁਕੇ ਆਪਾਂ, ਥੋੜਾ ਜਿਹਾ। ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋ ਹੈ। ਹੁਣ ਇੱਥੇ ਸਾਡੇ ਕੋਲੋਂ ਦੋ ਗਲਤੀਆਂ ਹੋ ਜਾਂਦੀਆਂ ਉਚਾਰਨ ਕਰਨ ਲੱਗਿਆ, ਪ੍ਰੋਨਾਊਂਸੀਏਸ਼ਨ ਕਰਨ ਲੱਗਿਆ। ਇਸ ਦਾ ਜਿਹੜਾ ਉਚਾਰਨ ਕਰਨਾ, ਇਸ ਦੀ ਅਸੀਂ ਬੋਲਦੇ ਆਪੋ ਜਾਣਾ, ਆਪੋ। ਜੇ ਕੋ ਆਪੋ ਜਾਣਾ, ਪੱਪੇ ਨੂੰ ਹੋੜਾ ਲਾ ਕੇ ਬੋਲਦੇ ਆ, ਪਰ ਕਨੌੜਾ ਲੱਗਿਆ ਆਪੋ। ਏ ਯੂ, ਜਿਵੇਂ ਕੌਰ ਬੋਲਦੇ ਨਾ ਆਪਾਂ, ਕੌਰ ਕੱਕੇ ਨੂੰ ਕਨੌੜਾ ਲਾ ਕੇ ਕੌਰ। ਏ ਯੂ ਦੀ ਸਾਊਂਡ ਕਰਨੀ, ਆਪੋ ਇਸ ਤਰ੍ਹਾਂ। ਫਿਰ ਅੱਗੇ ਜਾ ਕੇ ਗਲਤ ਉਚਾਰਨ ਹੁੰਦਾ। ਅੱਗੇ ਗਿਆ ਨਾ ਸੋਹਾ, ਅਸੀਂ ਬੋਲਦੇ ਅੱਗੇ ਗਿਆ ਨਾ ਸੋਹਾ। ਗੱਗੇ ਨੂੰ ਸਿਹਾਰੀ ਐੜੇ ਕੰਨਾ ਬੋਲ ਦਿੰਦੇ ਹਾਂ ਅਸੀਂ, ਬਟ ਇੱਥੇ ਗੱਗਾ ਈੜੀ ਸਿਹਾਰੀ ਆੜੇ ਕੰਨਾ, ਗਿਆ ਐਂ ਬੋਲ, ਗਿਆ ਨਹੀਂ ਬੋਲਣਾ ਗਾ, ਗਿਆ ਗੱਗਾ ਈੜੀ ਸਿਹਾਰੀ ਐੜੇ ਕੰਨਾ, ਗਿਆ। ਅੱਗੇ ਗਿਆ ਨਾ ਸੋ ਹੈ, ਇਸ ਤਰ੍ਹਾਂ ਬੋਲਣਾ। ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋ ਹੈ। ਇਸ ਦਾ ਅਰਥ ਹੈ, ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਜੋ ਸਰਵ ਸ਼ਕਤੀਮਾਨ ਵਾਹਿਗੁਰੂ ਦੇ ਗਿਆਨ ਦਾ ਦਾਅਵਾ ਕਰਦੇ ਹਨ, ਜੋ ਲੋਕ ਵਾਹਿਗੁਰੂ ਦੇ ਗਿਆਨ ਦਾ ਦਾਅਵਾ ਕਰਦੇ ਹਨ, ਆਪਣੇ ਵਿਚਾਰਾਂ ਨਾਲ ਪੂਰੇ ਹੋਣ ਦਾ ਦਾਅਵਾ ਕਰਦੇ ਹਨ, ਐਸੇ ਹੰਕਾਰੀ ਨੂੰ ਅਗਲੀ ਦੁਨੀਆ ਵਿੱਚ ਕਦੇ ਵੀ ਮਾਨ ਨਹੀਂ ਮਿਲੇਗਾ। ਅਗਲੀ ਦੁਨੀਆ ਮਤਲਬ ਰੱਬ ਦੇ ਘਰੇ, ਜਾਂ ਧਰਮਰਾਜ ਦੇ ਦਰਬਾਰ ਵਿੱਚ, ਜਾਂ ਰੱਬ ਦੇ ਘਰੇ ਕਹਿ ਲਓ। ਅੱਗੇ ਗਿਆ, ਅੱਗੇ ਦਾ ਮਤਲਬ ਹੋ ਗਿਆ ਅਗਲੀ ਦੁਨੀਆ ਦੇ ਵਿੱਚ। ਨਾ ਸੋਹਾ ਦਾ ਮਤਲਬ ਸ਼ੋਭਾ ਪਾਉਣਾ, ਮਾਣ ਇੱਜ਼ਤ ਪਾਉਣਾ, ਨਹੀਂ ਪਾਉਂਦਾ। ਕਹਿੰਦੇ ਜੋ ਮਨੁੱਖ ਵਾਹਿਗੁਰੂ ਦੇ ਗਿਆਨ ਦਾ ਦਾਅਵਾ ਕਰਦੇ ਆ, ਆਪਣੇ ਆਪ ਨੂੰ ਬਹੁਤ ਸਿਆਣਾ ਤੇ ਸਮਝਦਾਰ ਹੋਣ ਦਾ, ਵਿਦਵਾਨ ਹੋਣ ਦਾ, ਜਾਂ ਰੱਬ ਨੂੰ ਪਾ ਲੈਣ ਦਾ ਦਾਅਵਾ ਕਰਦੇ ਬਹੁਤ ਸਾਰੇ ਲੋਕ, ਤਾਂ ਉਹ ਐਸੇ ਹੰਕਾਰੀ ਪੁਰਸ਼ ਰੱਬ ਦੀ ਦੁਨੀਆ ਦੇ ਵਿੱਚ, ਅਗਲੀ ਦੁਨੀਆ ਵਿੱਚ ਕਦੇ ਵੀ ਮਾਣ ਨਹੀਂ ਪਾਉਂਦੇ। ਜਿਵੇਂ ਇਸ ਦੁਨੀਆ ਤੇ ਆਪਾਂ ਵੀ ਦੇਖਿਆ, ਕੋਈ ਗੋਡ ਆਫ ਮੈਸੇਂਜਰ ਆਫ ਗੋਡ, ਪਰਮਾਤਮਾ ਦਾ ਮੈਸੇਂਜਰ ਆਪਣੇ ਆਪ ਨੂੰ ਖਵਾਉਂਦੇ ਰਹੇ ਆ। ਮੂਵੀਆਂ ਵੀ ਬਣਾਤੀਆਂ ਵੀ ਪਰਮਾਤਮਾ ਦੇ ਮੈਸੇਂਜਰ ਆ, ਅਸੀਂ ਪਰਮਾਤਮਾ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਅਸੀਂ ਜੋ ਪਰਮਾਤਮਾ ਕਹਿਣਾ ਚਾਹੁੰਦਾ, ਜੋ ਕਰਦਾ, ਸਾਨੂੰ ਪਹਿਲਾਂ ਪਤਾ ਲੱਗ ਜਾਂਦਾ। ਉਹਦੀਆਂ ਕੀਤੀਆਂ ਨੂੰ ਅਸੀਂ ਠੀਕ ਕਰ ਸਕਦੇ ਹਾਂ। ਤਾਂ ਇਹੋ ਜਿਹੇ ਹੰਕਾਰੀਆਂ ਨੂੰ ਰੱਬ ਦੀ ਦਰਗਾਹ ਦੇ ਵਿੱਚ ਜਾ ਕੇ, ਅਗਲੀ ਦੁਨੀਆ ਦੇ ਵਿੱਚ ਜਾ ਕੇ ਮਾਣ ਨਹੀਂ ਮਿਲਦਾ, ਉਹ ਮੁਕਤੀ ਪ੍ਰਾਪਤ ਨਹੀਂ ਕਰੇਗਾ, ਗੁਰੂ ਜੀ ਕਹਿੰਦੇ ਹਨ। ਸੋ ਇੱਥੋਂ ਤੱਕ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ ਹੁਣ ਤੱਕ 21 ਪੌੜੀਆਂ ਦੇ ਉਚਾਰਨ, ਅਰਥ ਤੇ ਵਿਸਰਾਮ ਪ੍ਰਮਾਣਾ ਸਹਿਤ ਸਰਵਣ ਕੀਤੇ ਆ। 21 ਪੌੜੀਆਂ ਹੁਣ ਤੱਕ ਆਪਾਂ ਜਪਜੀ ਸਾਹਿਬ ਜੀ ਦੀਆਂ ਸੁਣ ਚੁੱਕੇ ਹਾਂ, ਅਰਥਾਂ ਸਮੇਤ, ਉਚਾਰਨ ਸਮੇਤ, ਐਂਡ ਵਿਸ਼ਰਾਮਾਂ ਸਮੇਤ, ਹੈ ਨਾ, with examples, with pronunciation, with ਅਸੀਂ ਉਹ ਪੰਕਚੁਏਸ਼ਨ। ਤਾਂ ਇਸ ਤਰ੍ਹਾਂ ਦੇ ਨਾਲ ਅਸੀਂ ਸੁਣ ਚੁੱਕੇ। ਹੁਣ ਅੱਗੇ ਜੋ 21ਵੀਂ ਪੌੜੀ ਹੈ, ਉਸ ਦੇ ਅਰਥ, ਉਚਾਰਨ ਤੇ ਵਿਸ਼ਰਾਮ ਅਗਲੇ ਪਾਠ ਦੇ ਵਿੱਚ ਸੁਣਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।